ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਐ। ਤੁਧ ਡਿਠੈ ਸੱਚੇ ਪਾਤਸ਼ਾਹ, ਸੋ ਕਹੋ ਟਲ ਗੁਰ ਸੇਵੀਐ। ਵਾਹਿਗੁਰੂ ਜੀ। ਗੌੜੀ ਗੁਆਰਰੀ ਮਹੱਲਾ ਪੰਜਵਾ। ਤਿਸ ਕੀ ਸਰਨ ਨਾਹੀ ਭਉ ਸੋਗ, ਉਸ ਤੇ ਬਾਹਰ ਕਛੂ ਨਾ ਹੋਗ। ਤਜੀ ਸਿਆਨਪ ਬਲ ਬੁੱਧ ਵਿਕਾਰ, ਦਾਸ ਆਪਣੇ ਕੀ ਰਾਖਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਭਾਵਨਾ ਸਾਹਿਤ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਅਨੰਤ ਬਖਸ਼ਿਸ਼ਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਤੇ ਸਤਿਗੁਰੂ ਜੀ ਦੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਸਾਹਿਬ ਅੰਦਰ ਅਤੇ ਜੋ ਮੀਡੀਏ ਰਾਹੀਂ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਦੀ ਸਾਂਝ ਪਾਉਣ ਵਾਸਤੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੇ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਤਰੁੱਟ ਕੇ ਸਾਡੀ ਝੋਲੀ ਵਿੱਚ ਜੋ ਇਹ ਪਾਵਨ ਬਚਨ ਪਾਇਆ ਹੈ, ਇਸ ਅੰਮ੍ਰਿਤ ਬਚਨ ਦੇ ਅੰਦਰ ਸਾਨੂੰ ਇਹ ਸਮਝਾਇਆ ਹੈ ਕਿ ਸਾਡੇ ਅਸਲ ਜੀਵਨ ਦੇ ਤੱਤ ਸਾਰ ਕੀ ਹਨ, ਅਸੀਂ ਕਿਵੇਂ ਜ਼ਿੰਦਗੀ ਜਿਹੜੀ ਹੈ ਉਹ ਸੁਖੀ ਬਤੀਤ ਕਰ ਸਕਦੇ ਹਾਂ। ਅਸੀਂ ਪਰਮਾਤਮਾ ਦੇ ਨਾਲ ਜੁੜਨ ਤੋਂ ਬਿਨਾਂ ਸੁਖੀ ਨਹੀਂ ਰਹਿ ਸਕਦੇ। ਹਰ ਮਨੁੱਖ ਦੀ ਜੋ ਦੋ ਤਰ੍ਹਾਂ ਦੀ ਦੁਨੀਆ ਹੈ, ਇੱਕ ਅੰਦਰ ਦੀ ਦੁਨੀਆ ਹੈ, ਇੱਕ ਬਾਹਰ ਦੀ ਦੁਨੀਆ ਹੈ। ਬਾਹਰ ਦੀ ਦੁਨੀਆ ਵਿੱਚ ਮਨੁੱਖ ਦਾ ਜਿਹੜਾ ਆਪਣਾ ਜੀਵਨ ਹੈ, ਕੋਈ ਧਨ ਪਦਾਰਥ ਇਕੱਠਾ ਕਰਨਾ, ਕਮਾਉਣਾ, ਪਰਿਵਾਰ ਨੂੰ ਚਲਾਉਣਾ, ਹਰ ਬੰਦੇ ਨੇ ਵੱਖਰੀ ਵੱਖਰੀ ਦੁਨੀਆ ਵਸਾਈ ਹੈ। ਜਿਵੇਂ ਕੋਈ ਮਨੁੱਖ ਜਿਹੜਾ ਹੈ ਰਾਜਸੀ ਸ਼ਕਤੀਆਂ ਹਾਸਲ ਕਰਨ ਵਿੱਚ ਬਾਹਰ ਦੀ ਦੁਨੀਆ ਵਿੱਚ ਲੱਗਾ ਹੋਇਆ ਹੈ, ਕੋਈ ਮਨੁੱਖ ਧਨ ਇਕੱਠਾ ਕਰਨ ਦੇ ਵਿੱਚ ਲੱਗਾ ਹੋਇਆ ਹੈ, ਕੋਈ ਧੀਆਂ ਪੁੱਤਰਾਂ ਨੂੰ ਪਾਲਣ ਦੇ ਵਿੱਚ ਲੱਗਾ ਹੋਇਆ ਹੈ, ਕੋਈ ਕੋਠੀਆਂ ਕਾਰਾਂ ਖਰੀਦਣ ਵਿੱਚ ਲੱਗਾ ਹੋਇਆ ਹੈ, ਮਹੱਲ ਬਣਾਉਣ ਵਿੱਚ ਲੱਗਾ ਹੋਇਆ ਹੈ। ਲੇਕਿਨ ਇਸੇ ਤਰ੍ਹਾਂ ਮਨੁੱਖ ਦੀ ਬਾਹਰ ਦੀ ਦੁਨੀਆ ਨੂੰ ਵਸਾਉਣ ਵਾਸਤੇ, ਚਾਰ ਚੰਨ ਲਾਉਣ ਵਾਸਤੇ ਮਨੁੱਖ ਨੇ ਪੂਰਾ ਤਹੱਈਆ ਕੀਤਾ ਹੋਇਆ ਹੈ। ਲੇਕਿਨ ਅੰਦਰ ਦੀ ਦੁਨੀਆ ਜਿਹੜੀ ਹੈ ਇਹ ਇਸ ਜੀਵ ਦੀ ਉਜੜਦੀ ਜਾ ਰਹੀ ਹੈ। ਜਿਵੇਂ ਮੇਰੇ ਤੋਂ ਪਹਿਲਾਂ ਮਾਣਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ, ਕਿਉਂਕਿ ਉਹਦਾ ਮੁੱਖ ਕਾਰਨ ਇਹ ਹੈ, ਅਸੀਂ ਆਪਣੇ ਅਕਾਲ ਪੁਰਖ ਵਾਹਿਗੁਰੂ ਨਾਲੋਂ, ਗੁਰੂ ਨਾਲੋਂ ਟੁੱਟ ਗਏ, ਬਾਣੀ ਨਾਲੋਂ ਟੁੱਟ ਗਏ, ਸਿਧਾਂਤ ਨਾਲੋਂ ਟੁੱਟ ਗਏ। ਜਦੋਂ ਅਸੀਂ ਆਪਣੇ ਸਿਧਾਂਤ ਨਾਲੋਂ ਟੁੱਟ ਜਾਂਦੇ ਹਾਂ, ਆਪਣੇ ਮੂਲ ਨਾਲੋਂ ਟੁੱਟ ਜਾਂਦੇ ਹਾਂ, ਤਾਂ ਸਾਡੀ ਇਹ ਹਾਲਤ ਹੋਣੀ ਸੁਭਾਵਿਕ ਗੱਲ ਹੈ। ਜੇਕਰ ਜੀਵ ਆਪਣੇ ਮੂਲ ਨਾਲ ਜੁੜਿਆ ਰਹੇਗਾ ਤਾਂ ਹੀ ਉਸ ਦਾ ਜੀਵਨ ਜਿਹੜਾ ਹੈ ਉਹ ਆਨੰਦਮਈ ਸੁਖਮਈ ਬਣ ਸਕਦਾ ਹੈ, ਤਾਂ ਜੀਵ ਸੁਖੀ ਰਹਿ ਸਕਦਾ ਹੈ। ਸੁਖੀ ਰਹਿਣ ਵਾਸਤੇ ਬੜੇ ਅਸੀਂ ਹੀਲੇ ਕਰਦੇ ਹਾਂ, ਟਿੱਲ ਲਾਉਂਦੇ ਹਾਂ, ਲੇਕਿਨ ਅਸਲ ਗੱਲ ਤੋਂ ਫਿਰ ਵੀ ਕਿਤੇ ਨਾ ਕਿਤੇ ਅਸੀਂ ਵਾਂਝੇ ਰਹਿ ਜਾਂਦੇ ਹਾਂ। ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕਹੀ ਹੈ ਕਿ ਆਖਣ ਔਖਾ ਸਾਚਾ ਨਾਉ,
ਜਿਹੜੀ ਅਸਲੀ ਗੱਲ ਹੈ ਉਹ ਸਾਨੂੰ ਔਖੀ ਲੱਗਦੀ ਹੈ, ਭਾਰੀ ਲੱਗਦੀ ਹੈ, ਉਹਦੇ ਤੋਂ ਅਸੀਂ ਕੰਨੀ ਕਤਰਾ ਲੈਂਦੇ ਹਾਂ। ਜਿਹੜੀ ਗੱਲ ਬਾਬਿਆਂ ਨੇ ਦੱਸੀ, ਜਿਹੜੀ ਸਾਨੂੰ ਕਈ ਤਾਂਤਰਿਕਾਂ ਨੇ ਦੱਸੀ, ਕਈ ਸਾਨੂੰ ਧਾਗੇ ਵਾਲਿਆਂ ਮੌਲੀਆਂ ਵਾਲਿਆਂ ਨੇ ਦੱਸੀ, ਉਹ ਗੱਲ ਸਾਨੂੰ ਚੰਗੀ ਲੱਗਦੀ ਹੈ। ਇੱਕ ਵਾਰ ਇੱਕ ਸਕੂਲ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਸਕੂਲ ਦੇ ਵਿੱਚ ਬੱਚਿਆਂ ਨਾਲ ਥੋੜੀਆਂ ਗੁਰਮਤਿ ਦੀਆਂ ਵਿਚਾਰਾਂ ਕਰਨੀਆਂ ਸਨ। 30 ਕੁ ਬੱਚੇ ਉਸ ਸਕੂਲ ਦੀ ਕਲਾਸ ਵਿੱਚ ਸਨ ਤੇ ਮੈਂ ਸਿੰਘ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ ਹੈ, 30 ਦੇ ਵਿੱਚੋਂ 27 ਦੇ ਕਿਸੇ ਦੇ ਗਲ ਵਿੱਚ ਧਾਗਾ, ਕਿਸੇ ਦੇ ਡੌਲੇ ਤੇ ਧਾਗਾ, ਕਿਸੇ ਦੇ ਗੁੱਟ ਤੇ ਧਾਗਾ। ਮੈਂ ਪੁੱਛਿਆ ਕਿ ਪੁੱਤਰ ਇਹ ਕੀ ਕਾਰਨ ਹੈ, ਇਹ ਧਾਗਾ ਕਾਹਦੇ ਵਾਸਤੇ ਪਾਇਆ? ਕਹਿਣ ਲੱਗੇ ਬਾਬਾ ਜੀ ਇਹ ਧਾਗਾ ਸਾਡੀ ਰਾਖੀ ਕਰਦਾ ਹੈ। ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਕਿੱਥੋਂ ਲਿਆ ਹੈ? ਕੋਈ ਕਿਸੇ ਬਾਬੇ ਦਾ ਨਾਂ ਲਈ ਜਾਂਦਾ ਸੀ, ਕੋਈ ਕਿਸੇ ਤਾਂਤਰਿਕ ਦਾ ਲਈ ਜਾਂਦਾ ਸੀ, ਕੋਈ ਕਿਸੇ ਪਖੰਡੀ ਦੰਭੀ ਦਾ ਨਾਂ ਲਈ ਜਾਂਦਾ ਸੀ। ਉਹਨਾਂ ਬੱਚਿਆਂ ਦੇ ਵਿੱਚੋਂ ਜਦੋਂ ਮੈਂ ਪੁੱਛਿਆ ਕਿ ਸਭ ਤੋਂ ਜ਼ਿਆਦਾ ਤਾਕਤਵਰ ਕਿਹੜੇ ਬਾਬੇ ਦਾ ਧਾਗਾ ਹੈ, ਤੇ ਸਾਰੇ ਬੱਚੇ ਹੱਥ ਉੱਚੀ ਕਰ ਕਰਕੇ ਕਹਿੰਦੇ ਸਾਡੇ ਬਾਬੇ ਦਾ ਤਾਕਤਵਰ ਹੈ। ਦੂਜਾ ਕਹਿੰਦਾ ਸਾਡੇ ਦਾ ਤਾਕਤਵਰ ਹੈ। ਔਰ ਉਹਨਾਂ ਬੱਚਿਆਂ ਨੂੰ ਮੈਂ ਇੱਕ ਸਵਾਲ ਕਿਉਂ ਪਾਇਆ? ਕਹਿੰਦੇ ਰਾਖੀ ਕਰਦਾ ਹੈ। ਮੈਂ ਕਿਹਾ ਜੇ ਇਹ ਤੁਹਾਡੀ ਰਾਖੀ ਕਰਦਾ ਹੈ ਧਾਗਾ, ਤੇ ਫਿਰ ਆਪਾਂ ਧਾਗਾ ਲੈ ਕੇ ਆਪਣੇ ਭਾਰਤ ਦੇ ਬਾਰਡਰ ਤੇ ਬੰਨ੍ਹ ਲਈਏ, ਫੌਜ ਪਿੱਛੇ ਹਟਾ ਲਈਏ। ਜਿਹੜੇ ਬਾਬੇ ਦਾ ਸਭ ਤੋਂ ਸ਼ਕਤੀਸ਼ਾਲੀ ਧਾਗਾ ਹੈ ਉਹ ਧਾਗਾ ਹੀ ਆਪਾਂ ਬਾਰਡਰ ਤੇ ਬੰਨ੍ਹ ਲਈਏ ਤੇ ਸਾਡੇ ਦੇਸ਼ ਦੀ ਜਿਹੜੀ ਹੈ ਉਹ ਰਾਖੀ ਧਾਗਾ ਕਰ ਲਵੇ। ਕਈ ਤਰ੍ਹਾਂ ਦੇ ਪਖੰਡ ਕਰਮ ਕਾਂਡ ਕਰਨ ਵਾਲੇ ਪਖੰਡੀ ਲੋਕ, ਧਾਗਿਆਂ ਵਾਲੇ, ਤਵੀਤਾਂ ਵਾਲੇ, ਇਹੋ ਜਿਹੇ ਲੋਕਾਂ ਨੂੰ ਭਰਮਾਂ ਵਿੱਚ, ਕਰਮ ਕਾਂਡਾਂ ਵਿੱਚ, ਪਖੰਡਾਂ ਵਿੱਚ ਫਸਾ ਕੇ ਉਹਨਾਂ ਦੀ ਲੁੱਟ ਕਸੁੱਟ ਕਰਦੇ ਤੇ ਕਈ ਤਰ੍ਹਾਂ ਦੇ ਤਵੀਤ ਵੀ ਦਿੰਦੇ ਨੇ ਬਣਾ ਕੇ, ਆਹ ਗਲ ਵਿੱਚ ਪਾ ਲਓ, ਆਹ ਘੋਲ ਕੇ ਪੀ ਲਓ, ਆਹ ਐਦਾਂ ਕਰ ਲਓ। ਕਈ ਤਰ੍ਹਾਂ ਦੀਆਂ ਸਵਾਹ ਦੀਆਂ ਪੁੜੀਆਂ ਦਿੰਦੇ। ਕਹਿੰਦੇ ਜੇ ਕਿਸੇ ਦੇ ਘਰ ਵਿੱਚ ਕਲੇਸ਼ ਹੋਵੇ ਨਾ, ਕਲੇਸ਼ ਨੂੰਹ ਤੇ ਸੱਸ ਦਾ ਹੋਵੇ, ਜੇ ਨੂੰਹ ਚਲੀ ਗਈ ਤੇ ਉਹਨੂੰ ਸਵਾਹ ਦੀ ਪੁੜੀ ਦੇ ਦੇਣੀ, ਆਹ ਲੈ ਘੋਲ ਕੇ ਤੇ ਤੂੰ ਆਪਣੇ ਜਿਹੜੀ ਸੱਸ ਹੈ ਉਹਦਾ ਇਸ਼ਨਾਨ ਕਰਾ ਦੇਵੀਂ, ਇਹਦਾ ਸਿਰ ਵਿੱਚ ਪਾ ਦੇਵੀਂ, ਕੇਸਾਂ ਵਿੱਚ ਪਾ ਦੇਵੀਂ। ਹੱਦ ਹੋ ਗਈ। ਜਿਹੜੀ ਸਵਾਹ ਉਹ ਕੇਸਾਂ ਵਿੱਚ ਸੱਸਦਿਆਂ ਵਿੱਚ ਪਾਏਗੀ, ਕਿਵੇਂ ਘਰ ਸੌਖਾ ਵਸੇਗਾ? ਇਹ ਅਸਲ ਵਿੱਚ ਕਈ ਤਰ੍ਹਾਂ ਦੇ ਪਖੰਡ ਕਰਮ ਕਾਂਡ ਜਿਸ ਵਿੱਚ ਸਮੁੱਚਾ ਸੰਸਾਰ ਬੁਰੀ ਤਰ੍ਹਾਂ ਨਾਲ ਖੱਚਤ ਹੋ ਚੁੱਕਾ ਹੈ। ਇਹ ਗੱਲ ਸੱਚ ਹੈ ਕਿ ਸਾਡੇ ਇਤਿਹਾਸਕ ਅਸਥਾਨਾਂ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ, ਗੁਰੂ ਨਾਲੋਂ ਟੁੱਟਦੇ ਜਾ ਰਹੇ ਹਾਂ ਤੇ ਬਹੁਤਾਤ ਲੋਕ ਡੇਰਿਆਂ ਦੇ ਨਾਲ ਭਰਮਾਂ ਦੇ ਵਿੱਚ ਫਸ ਕੇ ਆਪਣੀ ਅਸਲ ਜੀਵਨ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਾਨੂੰ ਗੁਰੂ ਕੀ ਬਾਣੀ ਦਾ ਅੰਮ੍ਰਿਤ ਖਜ਼ਾਨਾ ਬਖਸ਼ਿਸ਼ ਕੀਤਾ, ਜਿਸ ਅੰਮ੍ਰਿਤ ਖਜ਼ਾਨੇ ਨਾਲ ਅਸੀਂ ਹਮੇਸ਼ਾ ਦਿਨੇ ਵੀ ਰਾਤ ਵੀ ਸੁਖੀ ਤੇ ਰਹਿ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਦੁੱਖ ਵਿੱਚ ਵੀ ਸੁਖੀ ਰਹਿ ਸਕਦੇ ਹਾਂ। ਸੁੱਖ ਵਿੱਚ ਦਿਨ ਰਾਤ ਵਿੱਚ ਜੀਵਨ ਜਿਉਂਦਿਆਂ ਹੋਇਆਂ ਹਰ ਹਾਲਤ ਵਿੱਚ ਅਸੀਂ ਸੁਖੀ ਰਹਿ ਸਕਦੇ ਹਾਂ। ਭਾਵੇਂ ਸਾਡੇ ਕੋਲ ਕੋਠੀਆਂ, ਮਹੱਲ, ਜਾਇਦਾਦਾਂ, ਕਾਰਾਂ ਆ ਜਾਣ, ਪਰ ਆਤਮਿਕ ਤੌਰ ਤੇ ਮਨੁੱਖ ਫਿਰ ਵੀ ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਹੈ। ਆਤਮਿਕ ਤੌਰ ਤੇ ਸਮੁੱਚਾ ਸੰਸਾਰ ਫਿਰ ਵੀ ਅੰਦਰੋਂ ਕਿਤੇ ਨਾ ਕਿਤੇ ਦੁਖੀ ਹੈ। ਨੂੰਹ ਸੱਸ ਤੋਂ ਦੁਖੀ ਹੈ, ਸੱਸ ਨੂੰਹ ਤੋਂ ਦੁਖੀ ਹੈ, ਧੀ ਮਾਂ ਤੋਂ ਦੁਖੀ ਹੈ, ਮਾਂ ਧੀ ਤੋਂ ਦੁਖੀ। ਹਾਲਾਤ ਤਾਂ ਇਹ ਬਣ ਗਏ ਕਿ ਬਾਪ ਪੁੱਤਰ ਤੋਂ ਦੁਖੀ ਹੋ ਗਿਆ, ਪੁੱਤਰ ਬਾਪ ਤੋਂ ਦੁਖੀ ਹੋ ਗਿਆ। ਇਹ ਸਿਚੁਏਸ਼ਨ ਪੈਦਾ ਹੋ ਗਈ। ਉਹਦੇ ਪੈਦਾ ਹੋਣ ਦਾ ਮੁੱਖ ਕਾਰਨ ਇੱਕੋ ਇੱਕ ਹੈ। ਖਾਸ ਕਰਕੇ ਮੈਂ ਇਹ ਗੱਲ ਦਾਅਵੇ ਨਾ ਕਵਾਂ ਕਿ ਸਿੱਖਾਂ ਦੀ ਇਹ ਹਾਲਤ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਅੱਜ ਸਾਡੀ ਵੀ ਹੋ ਗਈ। ਉਹਦਾ ਕਾਰਨ ਇਹ ਬਣਿਆ ਕਿ ਅਸੀਂ ਗੁਰੂ ਨਾਲੋਂ ਟੁੱਟ ਗਏ। ਯਾਦ ਰੱਖਿਓ, ਜਿਹੜਾ ਫੁੱਲ ਟਹਿਣੀ ਨਾਲੋਂ ਟੁੱਟ ਜਾਵੇ ਉਹਦੀ ਨਾ ਖੂਬਸੂਰਤੀ ਰਹਿੰਦੀ ਹੈ ਤੇ ਨਾ ਉਹਦੇ ਵਿੱਚ ਸੁਗੰਧੀ ਰਹਿੰਦੀ ਹੈ। ਜਿਹੜੀ ਟਹਿਣੀ ਪੌਦੇ ਨਾਲੋਂ ਟੁੱਟ ਜਾਵੇ ਉਹ ਵੀ ਨੇਸਤੋ ਨਬੂਦ ਹੋ ਜਾਂਦੀ ਹੈ, ਤੇ ਜਿਹੜਾ ਪੌਦਾ ਆਪਣੇ ਮੂਲ ਨਾਲੋਂ, ਤਣੇ ਨਾਲੋਂ ਟੁੱਟ ਜਾਵੇ ਉਹ ਵੀ ਬਾਲਣ ਬਣ ਕੇ ਰਹਿ ਜਾਂਦਾ ਹੈ। ਤੇ ਜਿਹੜਾ ਜੀਵ ਆਪਣੇ ਮੂਲ ਨਾਲੋਂ, ਜਿਹੜਾ ਮੂਲ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਮਈ ਖਜ਼ਾਨਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਕਹਿਣਾ ਹੁੰਦਾ ਕਿ ਹੁਕਮ ਦਾ ਮਤਲਬ ਸਮਝਿਆ ਜੇ। ਅਸਲ ਵਿੱਚ ਹੁਕਮ ਦਾ ਮਤਲਬ, ਕਈ ਵਾਰ ਆਪਾਂ ਕਿਸੇ ਨੂੰ ਫੋਨ ਕਰੀਏ ਜਾਂ ਗੱਲ ਕਰੀਏ, ਉਹ ਕਹਿੰਦੇ ਹੁਕਮ ਕਰੋ ਜੀ,
ਤੇ ਹੁਕਮ ਦਾ ਮਤਲਬ ਇਹ ਹੁੰਦਾ ਹੈ ਕਿ ਹੁਕਮ ਟਾਲਿਆ ਨਹੀਂ ਜਾ ਸਕਦਾ, ਮੋੜਿਆ ਨਹੀਂ ਜਾ ਸਕਦਾ, ਬੇਨਤੀ ਮੋੜੀ ਜਾ ਸਕਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਬੇਨਤੀ ਨਹੀਂ ਕੀਤੀ ਕਿ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਸਭ ਸਿੱਖਣ ਕੋ ਹੁਕਮ ਹੈ, ਹੁਕਮ ਕੀਤਾ ਹੋਇਆ ਹੈ। ਇਸ ਕਰਕੇ ਹੁਕਮ ਦਾ ਮਤਲਬ ਕਿ ਇਹ ਮੰਨਣਾ ਹੀ ਮੰਨਣਾ ਹੈ। ਹਰ ਸਿੱਖ ਨੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਵਾਂਗੇ, ਗੁਰੂ ਦੇ ਬਚਨ ਨੂੰ ਮੰਨਾਂਗੇ ਤਾਂ ਹੀ ਸੁਖੀ ਰਵਾਂਗੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਾਂਗੇ ਤੇ ਦਰਗਾਹ ਵਿੱਚ ਕਬੂਲੇ ਜਾਵਾਂਗੇ, ਵਰਨਾ ਨਹੀਂ ਚੜ ਸਕਦੇ। ਸੋ ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਦੇ ਵਿੱਚ ਸਾਡੇ ਅੰਦਰ ਦੀ ਹਾਲਤ ਵੀ ਨਾਲ ਬਿਆਨ ਕੀਤੀ ਕਿ ਜੇ ਅਸੀਂ ਅੰਦਰੋਂ ਉਸ ਕਰਤੇ ਨਾਲ ਜੁੜ ਜਾਈਏ, ਇੱਕ ਨਾਲ ਜੁੜ ਜਾਈਏ, ਪ੍ਰਮਾਤਮਾ ਨਾਲ ਜੁੜ ਜਾਵਾਂਗੇ ਤੇ ਬਾਹਰੋਂ ਭਾਵੇਂ ਦੁਨੀਆ ਦੇ ਦੁੱਖ ਵੀ ਸਾਨੂੰ ਦੁਖੀ ਨਹੀਂ ਕਰ ਸਕਦੇ। ਦੁਨੀਆ ਦੇ ਦੁੱਖ ਸਾਨੂੰ ਸਤਾ ਨਹੀਂ ਸਕਦੇ, ਦੁਨੀਆ ਦੇ ਡਰ ਸਾਨੂੰ ਡਰਾ ਨਹੀਂ ਸਕਦੇ। ਜਿਹੜੇ ਅਸੀਂ ਡਰਦੇ ਆ ਨਾ ਬਾਬਿਆਂ ਤੋਂ, ਕਰਮਕਾਂਡਾਂ ਤੋਂ, ਛੋਟੀਆਂ-ਛੋਟੀਆਂ ਗੱਲਾਂ ਤੋਂ, ਸਾਡੇ ਅੰਦਰੋਂ ਉਹ ਡਰ ਜਿਹੜਾ ਹੈ ਖਤਮ ਹੋ ਜਾਵੇਗਾ ਜਦੋਂ ਅਸੀਂ ਆਪਣੇ ਮਾਲਕ ਨਾਲ, ਆਪਣੇ ਕਰਤੇ ਨਾਲ ਜੁੜ ਜਾਵਾਂਗੇ। ਕਿਉਂਕਿ ਆਤਮਾ ਕਮਜ਼ੋਰ ਹੋ ਚੁੱਕੀ ਹੈ, ਨਿਰਬਲ ਹੋ ਚੁੱਕੀ ਹੈ। ਵੈਸੇ ਤੇ ਅੱਜ ਬੱਚਿਆਂ ਦਾ ਸਰੀਰ ਵੀ ਕਮਜ਼ੋਰ ਹੁੰਦਾ ਜਾਂਦਾ ਹੈ, ਬਿਮਾਰੀਆਂ ਨੇ ਘੇਰ ਚੁੱਕਿਆ ਹੈ। ਉਹਦਾ ਕਾਰਨ ਕਿ ਸਾਡਾ ਖਾਣ ਪੀਣ ਵਿਗੜ ਗਿਆ ਤੇ ਸਿਹਤ ਵੀ ਵਿਗੜਨੀ ਹੈ। ਪਰ ਜਿਹੜੀ ਆਤਮਾ ਦੀ ਹਾਲਤ ਹੈ ਉਹ ਤੇ ਬਹੁਤ ਮਾੜੀ ਹੋ ਚੁੱਕੀ, ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਵਾਂਝੀ ਹੋਣ ਕਰਕੇ ਸਰੀਰ ਜਿਹੜਾ ਹੈ ਉਹ ਸਟਰੋਂਗ ਤਾਂ ਹੁੰਦਾ ਹੈ, ਤਾਕਤਵਰ ਤਾਂ ਹੁੰਦਾ ਹੈ ਜੇ ਚੰਗੇ ਪਦਾਰਥ ਖਾਓਗੇ। ਜੇ ਪੀਜ਼ੇ ਤੇ 버ਗਰ ਖਾਓਗੇ, ਸਰੀਰ ਜਿਹੜਾ ਉਹ ਸਟਰੋਂਗ ਨਹੀਂ ਹੋਣਾ। ਪਰ ਜੇਕਰ ਆਤਮਾ ਦੀ ਗੱਲ ਕਰੀਏ, ਆਤਮਾ ਦੀ ਖੁਰਾਕ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦੀ ਇਬਾਦਤ ਹੈ, ਪਰਮਾਤਮਾ ਦੀ ਸਿਫਤ ਸਲਾਹ ਹੈ, ਤਾਂ ਹੀ ਆਤਮਾ ਤਗੜੀ ਹੋਏਗੀ ਤੇ ਤਾਂ ਹੀ ਕਿਸੇ ਨੂੰ ਤੁਸੀਂ ਪੁੱਛ ਸਕੋਗੇ। ਨਹੀਂ ਤੇ ਕਰਮਕਾਂਡ ਕਰਨ ਵਾਲੇ ਤੇ ਇਦਾਂ ਦੇ ਸਾਨੂੰ ਕਰਮਕਾਂਡਾਂ ਵਿੱਚ ਫਸਾ ਦਿੰਦੇ ਆ। ਇੱਕ ਕਿਉਂਕਿ ਮੈਂ ਇਸ ਪਾਸੇ ਸ਼ਬਦ ਵਾਲੇ ਪਾਸੇ ਆਉਣਾ, ਇੱਕ ਜ਼ਰੂਰੀ ਗੱਲ ਕਰਕੇ, ਕਿਉਂਕਿ ਇੱਕ ਵਾਰ ਘਟਨਾ ਵਾਪਰੀ। ਮੈਂ ਛੋਟਾ ਹੁੰਦਾ ਆਪਣੀ ਮਾਸੀ ਕੋਲ ਛੁੱਟੀਆਂ ਗਰਮੀਆਂ ਦੀਆਂ ਕੱਟਣ ਚਲਿਆ ਗਿਆ ਤੇ ਉੱਥੇ ਇੱਕ ਪੰਡਤ ਆ ਗਿਆ, ਕਹਿੰਦਾ ਤੁਹਾਡਾ ਹੱਥ ਵੇਖਦਾ ਹੈ। ਉਹ ਹੱਥ ਦੇਖਣ ਲੱਗ ਗਿਆ ਤੇ ਹੱਥ ਦੇਖਦਿਆਂ ਅਸੀਂ ਛੋਟੇ ਸੀਗੇ, ਕਿਸੇ ਨੂੰ ਕੁਛ ਦੱਸੇ, ਕਿਸੇ ਨੂੰ ਕੁਛ ਦੱਸਗੇ। ਉਹ ਪਖੰਡੀ ਕਰਮਕਾਂਡੀ ਤੇ ਮੇਰੇ ਮਾਸੀ ਦੇ ਬੇਟਾ ਬੜਾ ਚਲਾਕ ਤੇ ਸ਼ੈਤਾਨ ਸੀ, ਹੈ ਤਾਂ ਛੋਟਾ ਸੀ। ਉਹ ਧੁਖਦਾ ਕੋਲਾ ਲਿਆ ਕੇ ਉਹਦੀ ਪੱਗ ਤੇ ਉੱਤੇ ਰੱਖ ਕੇ ਕਹਿੰਦਾ ਬਾਬਾ ਜੀ ਦੱਸੋ ਅੱਗ ਕਿਹੜੇ ਦੇਸ਼ 'ਚ ਲੱਗੀ। ਉਹ ਕਹਿੰਦਾ ਤੇਰਾ ਵਿਆਹ ਬੜੇ ਵੱਡੇ ਘਰ ਹੋਣਾ। ਕਹਿੰਦਾ ਵਿਆਹ ਦੀ ਗੱਲ ਤੇ ਬਾਅਦ ਵਿੱਚ ਦੱਸਾਂਗੇ, ਪਹਿਲਾਂ ਇਹ ਪੁੱਛਾਂਗੇ, ਪਹਿਲਾਂ ਇਹ ਦੱਸ ਕਿ ਅੱਗ ਕਿਹੜੇ ਦੇਸ਼ 'ਚ ਲੱਗੀ ਹੈ। ਉਨੀ ਦੇਰ ਨੂੰ ਸਿਰ ਤੇ ਸੇਕ ਵੱਜਾ ਤੇ ਪਤਾ ਲੱਗ ਗਿਆ। ਮੇਰੇ ਕਹਿਣ ਤੋਂ ਭਾਵ ਕਿ ਜਿਹਨੂੰ ਆਪਣੇ ਸਿਰ ਤੇ ਪੈ ਕੋਲੇ ਦਾ ਪਤਾ ਨਹੀਂ, ਉਹ ਸਾਨੂੰ ਸਾਡੇ ਭਵਿੱਖ ਦੀਆਂ ਗੱਲਾਂ ਸੁਣਾਉਣ ਬੈਠ ਜਾਂਦਾ ਤੇ ਅਸੀਂ ਵੀ ਉਹਦੇ ਸਾਹਮਣੇ ਅੱਖਾਂ ਮੀਟ ਕੇ ਬੜੇ ਆਰਾਮ ਨਾਲ ਸੁਣੀ ਜਾਂਦੇ। ਇਹ ਹਾਲਤ ਹੈ ਅੱਜ ਦੀ ਦੁਰਦਸ਼ਾ ਜਿਹੜੀ ਸਿੰਘ ਸਾਹਿਬ ਜੀ ਨੇ ਆਪ ਜੀ ਨਾਲ ਬਿਆਨ ਕੀਤੀ ਹੈ। ਆਓ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਦੀ ਸਾਂਝ ਕਰਨ ਦਾ ਯਤਨ ਕਰੀਏ। ਵਾਹਿਗੁਰੂ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦੀ ਪਰੰਪਰਾ ਦੇ ਮੀਰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਗੌੜੀ ਰਾਗ ਦੇ ਅੰਦਰ ਸ਼ੋਭਨੀਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਆਰੀ ਦੀ ਇੱਕ ਕਿਸਮ ਹੈ ਉਹ ਆਪ ਜੀਆਂ ਨੇ ਸਰਵਣ ਕੀਤਾ ਹੈ। ਕਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ। ਤਿਸ ਕੀ ਸਰਨ ਨਾਹੀ ਭਉ ਸੋਗ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮਾਤਮਾ ਹੈ, ਉਹਦੀ ਸ਼ਰਨ ਦੇ ਵਿੱਚ ਜਾਣ ਨਾਲ ਜਿਹੜਾ ਇਹਦੇ ਅੰਦਰ ਦਾ ਤੌਖਲਾ ਹੈ ਨਾ ਜੀ, ਉਹ ਖਤਮ ਹੋ ਜਾਂਦਾ ਹੈ। ਇਹਦੇ ਅੰਦਰ ਦੀ ਚਿੰਤਾ, ਇਹਦੇ ਅੰਦਰ ਦਾ ਡਰ ਖਤਮ ਹੋ ਜਾਂਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਾਰੇ ਭਉ ਅੰਦਰ ਦੇ ਸਾਰੇ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਦੋਂ? ਜਦੋਂ ਅਸੀਂ ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਨੂੰ ਜਪਣ ਕਰਕੇ ਸਾਡੇ ਅੰਦਰ ਦੇ ਤੌਖਲੇ, ਡਰ, ਚਿੰਤਾਵਾਂ ਜਿਹੜੇ ਨੇ ਉਹ ਸਾਰੇ ਮੁੱਕ ਜਾਂਦੇ। ਸਤਿਗੁਰੂ ਜੀ ਨੇ ਸਾਨੂੰ ਬਹੁਤ ਬਾਰ ਸਮਝਾਇਆ ਹੋਇਆ ਹੈ, ਕਿਉਂਕਿ ਇਹ ਪਰਮਾਤਮਾ ਦੀ ਸ਼ਰਨ ਸ਼ੇਰ ਰੂਪੀ ਸ਼ਰਨ ਹੈ। ਇਹਦੀ ਗੋਦ ਵਿੱਚ ਆਉਣ ਦੇ ਨਾਲ ਦੁਨੀਆ ਦੀਆਂ ਸਾਰੀਆਂ ਬਲਾਵਾਂ ਜਿਹੜੀਆਂ ਨੇ ਉਹ ਸਾਡੇ ਅੰਦਰੋਂ
ਡਰ ਜਿਹੜੀਆਂ ਨੇ ਟਲ ਜਾਂਦੀਆਂ ਨੇ। ਸਾਡੇ ਅੰਦਰ ਦਾ ਭਰੋਸਾ ਜਿਹੜਾ ਹੈ ਉਹ ਇੱਕ ਤੇ ਟਿਕਣਾ ਬਹੁਤ ਅਤਿਅੰਤ ਜ਼ਰੂਰੀ। ਸੰਗਤ ਜੀ, ਜੇ ਸਾਡਾ ਵਿਸ਼ਵਾਸ ਆਪਣੇ ਅਕਾਲ ਪੁਰਖ ਤੇ ਹੋਵੇਗਾ ਨਾ, ਗੱਲ ਉਦੋਂ ਬਣੇਗੀ ਜੇ ਕਈ ਵਾਰ ਅਸੀਂ ਅਰਦਾਸ ਤਾਂ ਕਰਦੇ ਆਂ ਪਰ ਅਰਦਾਸ ਕਰਨ ਲੱਗਿਆਂ ਸਾਡਾ ਵਿਸ਼ਵਾਸ ਗੁਰੂ ਤੇ ਨਹੀਂ ਹੁੰਦਾ। ਸੋਚਦੇ ਹੁੰਦੇ ਆ ਵੀ ਇਹ ਕੰਮ ਮੇਰਾ ਬਣ ਜਾਵੇਗਾ, ਪਹਿਲਾਂ ਹੀ ਮਨ ਵਿੱਚ ਇੱਕ ਨੈਗੇਟਿਵ ਪੁਆਇੰਟ ਆ ਗਿਆ ਕਿ ਇਹ ਹੋਵੇਗਾ। ਜਦੋਂ ਹੋਵੇਗਾ ਇਹਦਾ ਮਤਲਬ ਕਿ ਪੂਰਨ ਤੌਰ ਤੇ ਸਾਨੂੰ ਵਿਸ਼ਵਾਸ ਨਹੀਂ। ਜਿਹੜਾ ਵਿਸ਼ਵਾਸ ਹੈ ਅਣਤਿੜਕਿਆ ਹੋਇਆ ਹੋਣਾ ਚਾਹੀਦਾ ਹੈ, ਮੁਕੰਮਲ ਵਿਸ਼ਵਾਸ ਹੋਣਾ ਚਾਹੀਦਾ ਕਿ ਜਿਸ ਗੁਰੂ ਅੱਗੇ ਅਰਦਾਸ ਕਰ ਰਹੇ ਹਾਂ, ਜਿਸ ਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ, ਉਹ ਸਮਰੱਥ ਹੈ, ਸਰਬ ਕਲਾ ਸਮਰੱਥ ਹੈ ਤੇ ਇਹ ਦਰਗਾਹ ਵਿੱਚ ਕਬੂਲੀ ਤੇ ਜਾਣੀ ਉਹਨੇ, ਕਿਰਪਾ ਉਹਨੇ ਕਰਨੀ ਹੈ। ਪਰ ਇੱਕੋ ਇੱਕ ਗੱਲ ਹੈ, ਉਹ ਬਖਸ਼ਿਸ਼ ਕਰਨ ਲੱਗਿਆਂ ਵੀ ਦੇਰੀ ਨਹੀਂ ਲਾਉਂਦਾ। ਸਾਨੂੰ ਸਾਡੀ ਆਤਮਾ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਬਣ ਲੱਗਿਆਂ ਦੇਰ ਲੱਗਦੀ ਹੈ। ਸਾਡਾ ਆਪਣਾ ਆਪਾਂ ਗੁਰੂ ਅੱਗੇ ਰੱਖਣ ਲੱਗਿਆਂ ਦੇਰ ਲੱਗਦੀ ਹੈ। ਜਿਹੜੀ ਦੇਰ ਲੱਗ ਰਹੀ ਹੁੰਦੀ ਹੈ, ਦੇਰ ਲੱਗਣ ਦਾ ਕਾਰਨ ਇਹ ਕਿ ਅਸੀਂ ਆਪਣਾ ਆਪਾਂ ਹੀ ਗੁਰੂ ਅੱਗੇ ਨਹੀਂ ਰੱਖਿਆ ਹੁੰਦਾ। ਜਦੋਂ ਰੱਖ ਦੇਵਾਂਗੇ ਸਾਰੇ ਭੈ ਤੇ ਡਰ ਜਿਹੜੇ ਨੇ ਉਹ ਖਤਮ ਹੋ ਜਾਣਗੇ। ਨਾ ਤਾਂ ਸਾਨੂੰ ਕਿਸੇ ਰਾਜ ਸ਼ਕਤੀ ਦਾ ਡਰ ਰਹੇਗਾ ਨਾ, ਕਿਉਂਕਿ ਸਭ ਤੋਂ ਵੱਡਾ ਡਰ ਮਨੁੱਖ ਨੂੰ ਮੌਤ ਦਾ ਹੈ ਤੇ ਮੌਤ ਦਾ ਡਰ ਵੀ ਨਿਰਭਉ ਹੋ ਜਾਂਦਾ ਹੈ। ਕਿਉਂਕਿ ਜਿਨ੍ਹਾਂ ਨੇ ਇਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਈ, ਬੰਦਗੀ ਕੀਤੀ, ਨਾਮ ਜਪਿਆ, ਸਿਮਰਨ ਕੀਤਾ, ਉਹਨਾਂ ਰੂਹਾਂ ਨੇ ਆਪਣਾ ਆਪਾਂ ਕੁਰਬਾਨ ਕਰਨ ਲੱਗਿਆਂ ਦੇਰੀ ਨਹੀਂ ਲਾਈ, ਬੰਦ ਕਟਾ ਦਿੱਤਾ। ਉਹਨਾਂ ਨੇ ਆਪਣਾ ਖੋਪਰ ਲੁਹਾ ਲਿਆ, ਉਹ ਚਰਖੀਆਂ ਦੇ ਉੱਤੇ ਚੜ ਗਏ। ਉਹਨਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪਵਾ ਲਏ। ਆਪਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਨ੍ਹਾਂ ਨੇ ਆਰੇ ਦੇ ਥੱਲੇ ਵੀ ਆਪਣਾ ਜਿਸਮ ਜਿਹੜਾ ਅਡੋਲ ਖਲੋਤੇ ਰਹੇ, ਜਿਨ੍ਹਾਂ ਨੇ ਦੋਫਾੜ ਕਰਵਾ ਲਿਆ। ਆਪਾਂ ਚੰਗੀ ਤਰ੍ਹਾਂ ਜਾਣਦੇ ਕਿ ਦੇਗ ਵਿੱਚ ਤਾਂ ਉਬਲ ਗਏ, ਉਹ ਰੂਹ ਵਿੱਚ ਤਾਂ ਸੜ ਗਏ, ਪਰ ਉਹਨਾਂ ਦਾ ਆਤਮਿਕ ਆਨੰਦ ਬਰਕਰਾਰ ਰਿਹਾ ਸੀ। ਉਹਨਾਂ ਨੂੰ ਦੁਨੀਆ ਦੀਆਂ ਸ਼ਕਤੀਆਂ, ਰਾਜ ਸ਼ਕਤੀਆਂ ਜਾਂ ਹਥਿਆਰਾਂ ਦੀਆਂ ਦੇ ਭੌ ਵੀ ਡਰਾ ਨਾ ਸਕੇ। ਉਹ ਤੋਪਾਂ ਦੇ ਥੱਲੇ ਵੀ ਆਪਣੇ ਮੋਢੇ ਢਾਹ ਗਏ। ਕੌਣ ਢਾਹ ਗਏ? ਜਿਨ੍ਹਾਂ ਨੇ ਸ਼ਰਨ ਪ੍ਰਮਾਤਮਾ ਦੀ ਲਈ, ਗੁਰੂ ਦੀ ਲਈ, ਗੁਰੂ ਦੇ ਆਸ਼ੇ ਵਿੱਚ ਜ਼ਿੰਦਗੀ ਆਪਣੀ ਜੀਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਬਚਨ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਤਿਸ ਕੀ ਸ਼ਰਨ, ਉਸ ਅਕਾਲ ਪੁਰਖ ਵਾਹਿਗੁਰੂ ਇੱਕ ਦੀ, ਇੱਕ ਪ੍ਰਮਾਤਮਾ ਦੀ ਸ਼ਰਨ ਜਿਹੜੀ ਹੈ, ਨਾ ਹੀ ਭਉ ਸੋਗ, ਸਾਡੇ ਅੰਦਰੋਂ ਡਰ ਤੇ ਚਿੰਤਾ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਜਿਹੜੇ ਲੈਂਦੇ ਹਨ ਉਸ ਤੇ ਬਾਹਰ ਕਛੂ ਨਾ ਹੋਗ, ਉਸ ਪ੍ਰਮਾਤਮਾ ਦੇ ਹੁਕਮ ਵਿੱਚ ਸਾਰਾ ਕੁਝ ਹੈ। ਕੀ ਹੈ ਜੀ? ਦਿਨ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਤੇ ਰਾਤ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਹਵਾ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਤੇ ਪਾਣੀ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਇੱਥੋਂ ਤੱਕ ਕਿ ਜੀਵ ਦਾ ਜੰਮਣਾ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਤੇ ਜੀਵ ਦਾ ਮਰਨਾ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਹੈ, ਹੁਕਮੈ ਜੰਮਣ ਹੁਕਮੇ ਮਰਨਾ। ਆਪਾਂ ਪੜ੍ਹਦੇ ਹਾਂ ਰੋਜ਼ ਨਿਤਾ ਪ੍ਰਤੀ, ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਹੁਕਮ ਦੇ ਵਿੱਚ ਸਾਰਾ ਕੁਝ ਹੈ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਆਪਾਂ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਤੇ ਇੱਥੋਂ ਤੱਕ ਸਤਿਗੁਰੂ ਸਾਰਾ ਕੁਝ ਉਸ ਦੇ ਹੁਕਮ ਵਿੱਚ ਹੈ, ਕੁਛ ਵੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ। ਇਹ ਫਿਰ ਜਦੋਂ ਅਸੀਂ ਸਾਰਾ ਕੁਝ ਉਸ ਦੇ ਹੁਕਮ ਵਿੱਚ ਹੈ, ਦਿਨ ਹੁਕਮ ਵਿੱਚ, ਰਾਤ ਹੁਕਮ ਵਿੱਚ, ਸਾਡਾ ਜੰਮਣਾ ਉਹਦੇ ਹੁਕਮ ਵਿੱਚ ਹੈ, ਸਾਡਾ ਮਰਨਾ ਉਹਦੇ ਹੁਕਮ ਵਿੱਚ, ਫਿਰ ਸਾਨੂੰ ਜਿਹੜੀਆਂ ਅੰਦਰ ਦੇ ਤੌਖਲੇ ਰੱਖਣ ਦੀ ਲੋੜ ਨਹੀਂ, ਸਾਨੂੰ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਕਰਤੇ ਨਾਲ ਜੁੜਨ ਦੀ ਲੋੜ ਹੈ। ਤਜੀ ਸਿਆਣਪ ਬਲ ਬੁੱਧ ਵਿਕਾਰ, ਅਸਲ ਵਿੱਚ ਮਨੁੱਖ ਆਪਣੀਆਂ ਸਿਆਣਪਾਂ, ਆਪਣੀਆਂ ਸ਼ਕਤੀਆਂ, ਆਪਣੀਆਂ ਤਾਕਤਾਂ ਨਾਲ ਚੱਕੀ ਫਿਰਦਾ ਹੈ। ਜਦੋਂ ਅਸੀਂ ਰੱਬ ਦੇ ਚਰਨਾਂ ਵਿੱਚ ਵੀ ਆਉਨੇ ਆ, ਧਾਰਮਿਕ ਅਸਥਾਨਾਂ ਤੇ ਵੀ ਆਉਨੇ ਆ, ਆਪਣਾ ਧਨ, ਆਪਣਾ ਆਪਾਂ ਨਾਲ ਲੈ ਕੇ ਆਉਨੇ। ਅਸਲ 'ਚ ਆਪਾਂ ਆਪਣਾ ਜਿਹੜਾ ਉਹ ਗੁਰੂ ਅੱਗੇ ਰੱਖਣ ਲਈ ਤਿਆਰ ਤਾਂ ਹੁੰਦੇ ਹੀ ਨਹੀਂ ਹੈ। ਆਪਣੀ ਸਿਆਣਪ ਅੱਗੇ ਰੱਖ ਕੇ ਇੰਜ ਬਾਬਾ ਜੀ ਕਰ ਦਿਓ, ਇੰਜ ਕਰ ਦਿਓ, ਕਦੀ ਇਹ ਨਹੀਂ ਕਹਿੰਦੇ ਕਿ ਬਾਬਾ ਜੀ ਸਾਨੂੰ ਆਪਣੇ ਵਰਗੇ ਬਣਾ ਲਓ, ਸਾਨੂੰ ਆਪਣੇ ਹੁਕਮ ਵਿੱਚ ਜ਼ਿੰਦਗੀ ਜੀਣੀ ਸਿਖਾ ਦਿਓ, ਸਾਡੇ ਤੇ ਤਰਸ ਕਰੋ ਕਿ ਅਸੀਂ ਤੁਹਾਡੇ ਹੁਕਮ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਅਸੀਂ ਤੇ ਇਹ ਆਪਣੇ ਘਰਾਂ ਤੋਂ ਆਉਨੇ ਤੇ ਲਿਸਟ ਲੈ ਕੇ ਆਉਨੇ, ਆ ਟਿੱਕਾ ਲਵਾਉਨੇ ਕਿ ਆ ਵੀ ਕਰ ਦਿਓ, ਆ ਵੀ ਕਰ ਦਿਓ। ਕਦੀ ਨਹੀਂ ਕਿਹਾ ਬਾਬਾ ਜੀ
ਅਸੀਂ ਤੁਹਾਡੇ ਅਨੁਸਾਰ ਹੋ ਜਾਈਏ, ਆਪਣੇ ਵਰਗੇ ਕਰ ਦਿਓ, ਆਪਣੇ ਹੁਕਮ ਵਿੱਚ ਚੱਲਣਾ ਸਾਨੂੰ ਸਿਖਾ ਦਿਓ, ਇਹ ਨਹੀਂ ਅਸੀਂ ਕਹਿੰਦੇ। ਸੋ ਆਪਣੀ ਬਾਲ ਬੁੱਧ, ਆਪਣੀਆਂ ਸ਼ਕਤੀਆਂ, ਆਪਣੀਆਂ ਸਿਆਣਪਾਂ, ਆਪਣੀਆਂ ਤਾਕਤਾਂ, ਉਹ ਸਾਰਾ ਕੁਝ ਮਨੁੱਖ ਨਾਲ ਚੱਕੀ ਫਿਰਦਾ ਹੈ। ਜਿੰਨੀ ਦੇਰ ਤੱਕ ਆਪਣਾ ਸਾਰਾ ਕੁਝ ਆਪਾਂ ਛੱਡ ਕੇ ਗੁਰੂ ਅੱਗੇ ਢਹਿੰਦਾ ਨਹੀਂ ਹੈ, ਰੱਖਦਾ ਨਹੀਂ, ਉਨੀ ਦੇਰ ਤੱਕ ਗੱਲ ਕਿਵੇਂ ਬਣੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਆਪਣੀਆਂ ਸਿਆਣਪਾਂ ਛੱਡ ਦਿੱਤੀਆਂ, ਆਪਣੀ ਬੁੱਧ ਛੱਡ ਦਿੱਤੀ, ਤਿਆਗ ਦਿੱਤੀ ਕਿ ਮੇਰੇ ਕੋਲ ਕੁਝ ਨਹੀਂ ਹੈ, ਤੇ ਉਹਨਾਂ ਦੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਛੜੀ ਵੀ ਰੱਖ ਦਿੱਤੀ, ਉਹਨਾਂ ਦੇ ਸਿਰ ਦੇ ਉੱਤੇ ਕਿਰਪਾ ਕਰ ਦਿੱਤੀ। ਭਾਵੇਂ ਉਹ ਕਿਸੇ ਹਾਲਤ ਵਿੱਚ ਸਨ, ਪਰ ਉਹਨਾਂ ਦੇ ਉੱਤੇ ਜਦੋਂ ਬਖਸ਼ਿਸ਼ ਹੋਈ, ਫਿਰ ਲਾਲ ਚੰਦ ਵਰਗਿਆਂ ਦੇ ਜਿਹੜੇ ਸਨ ਉਹ ਹੈਰਾਨੀ ਦੀ ਹੱਦ ਨਾ ਰਹੀ, ਕਿਉਂਕਿ ਇਹ ਕਰਤੇ ਦੀ ਜਦੋਂ ਬਖਸ਼ਿਸ਼ ਰੂਪ ਹੁੰਦੀ ਹੈ ਤੇ ਹੁੰਦੀ ਉਦੋਂ ਜਦੋਂ ਆਪਣਾ ਆਪਾਂ ਤਿਆਗ ਕਰ ਦਿੰਦੇ ਆ। ਸੋ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੀ ਤਾਂ ਬਚਨ ਕਰਦੇ ਆ ਨਾ ਕਿ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਹਾਰਾ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਤੇ ਕੀੜਾ ਥਾਪ ਕੇ ਪਾਤਸ਼ਾਹੀ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਤਰੁੱਠੇ, ਗੁਰੂ ਰਹਿਮ ਕਰੇ ਤੇ ਕੀੜੇ ਦੇ ਉੱਤੇ ਵੀ ਕਿਰਪਾ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ, ਪਾਤਸ਼ਾਹੀ ਬਖਸ਼ ਸਕਦਾ ਹੈ। ਗੁਰੂ ਕਿਰਪਾ ਕਰੇ, ਰਹਿਮ ਕਰਮ ਕਰੇ ਤਾਂ ਉਹ ਝੋਲੀਆਂ ਭਰ ਦਿੰਦਾ ਹੈ। ਸਿਰਫ ਗੱਲ ਕੀ ਹੈ ਕਿ ਆਪਣੀ ਬਾਲ ਤੇ ਬੁੱਧ ਜਿਹੜਾ ਹੈ ਉਸ ਨੂੰ ਤਿਆਗਣ ਦੀ ਲੋੜ ਹੈ, ਆਪਣਾ ਆਪਾਂ ਛੱਡਣ ਦੀ ਲੋੜ ਹੈ। ਇਹ ਭੈੜੀ ਬੁੱਧੀ, ਇਹ ਸਿਆਣਪਾਂ ਚਤਰਾਈਆਂ ਛੱਡ ਕੇ ਗੁਰੂ ਅੱਗੇ ਢਹਿਣ ਦੀ ਲੋੜ ਹੈ। ਦਾਸ ਆਪਣੀ ਕੀ ਰਾਖਣ ਹਾਰ। ਜਦੋਂ ਅਸੀਂ ਆਪਣਾ ਆਪਾਂ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੀਏ ਪਾਈਏ। ਜਦੋਂ ਅਸੀਂ ਗੁਰੂ ਦਾ ਹੁਕਮ ਮੰਨਾਂਗੇ, ਤਨ ਵੀ ਛੱਡ ਦਿਆਂਗੇ, ਮਨ ਵੀ ਛੱਡ ਦਿਆਂਗੇ, ਧਨ ਵੀ, ਕਿ ਵਾਹਿਗੁਰੂ ਜੀ ਤਨ ਵੀ ਤੇਰਾ ਹੈ, ਸਰੀਰ ਮੇਰਾ ਨਹੀਂ, ਧਨ ਵੀ ਤੇਰਾ ਹੈ ਤੇ ਇਹ ਮਨ ਵੀ ਮੇਰਾ ਨਹੀਂ ਹੈ, ਇਹ ਵੀ ਤੇਰਾ ਹੈ। ਮਨ ਮੇਰਾ ਤੇਰਾ ਕਿਵੇਂ ਹੋਏਗਾ ਭਾਈ? ਇਹ ਸਤਿਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਸਾਹਿਬ ਕਹਿੰਦੇ ਨੇ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ ਕਰ ਦਿੰਦਾ ਹੈ। ਮਨ ਵੇਚਣਾ ਹੁਣ ਬੜੀ ਔਖੀ ਗੱਲ ਹੈ। ਸਭ ਤੋਂ ਔਖਾ ਕੰਮ ਹੈ ਮਨ ਨੂੰ ਵੇਚਣ ਦਾ। ਅਸੀਂ ਆਪਣੀ ਕਾਰ ਵੇਚ ਦਈਏ, ਕੋਠੀ ਵੇਚ ਦਈਏ, ਜ਼ਮੀਨ ਵੇਚ ਦਈਏ ਤੇ ਉਹਦੀ ਜਿਹਨੂੰ ਵੇਚੀ ਉਹਦੀ ਮਰਜ਼ੀ ਤੋਂ ਬਿਨਾਂ ਉਹਦੇ ਵਿੱਚ ਪੈਰ ਨਹੀਂ ਰੱਖ ਸਕਦੇ। ਪਰ ਜਿਸ ਕਰਤੇ ਨੇ ਇਹ ਜੀਵਨ ਬਖਸ਼ਿਸ਼ ਕੀਤਾ, ਜਿਹਦੇ ਅੱਗੇ ਜਦੋਂ ਅਸੀਂ ਮਨ ਰੱਖ ਦੇਵਾਂਗੇ, ਮਨ ਗੁਰੂ ਅੱਗੇ ਵੇਚ ਦਾਂਗੇ, ਫਿਰ ਮਨ ਆਪਣੀ ਮਰਜ਼ੀ ਨਹੀਂ ਕਰੇਗਾ। ਜੋ ਗੁਰ ਕਹੈ ਸੋਈ ਭਲ ਮਾਨੋ ਚੱਲੇਗਾ। ਜਦੋਂ ਗੁਰੂ ਨੂੰ ਵੇਚ ਦੇਵਾਂਗੇ, ਮਨ ਮੇਰਾ ਨਹੀਂ ਹੋਏਗਾ, ਗੁਰੂ ਦਾ ਹੋ ਜਾਏਗਾ ਤੇ ਜੋ ਗੁਰੂ ਕਹੇਗਾ ਉਹ ਕਰੇਗਾ, ਆਪਣੀ ਮਰਜ਼ੀ ਤਿਆਗ ਦੇਵੇਗਾ। ਤੇ ਜਦੋਂ ਇਹ ਆਪਣੀ ਮਰਜ਼ੀ ਤਿਆਗ ਦੇਵੇਗਾ, ਇਹ ਉਹਦੇ ਅੱਗੇ ਸਮਰਪਿਤ ਰੂਪ ਵਿੱਚ ਹੋ ਜਾਵੇਗਾ ਤੇ ਉਹ ਫਿਰ ਆਪਣੇ ਸੇਵਕ ਦੀ ਜਿਹੜੀ ਹੈ, ਕਿਉਂਕਿ ਗੱਲ ਹੈ ਸੇਵਕ ਬਣਨ ਦੀ, ਜਦੋਂ ਸੇਵਕ ਬਣ ਜਾਵੇਗਾ ਤੇ ਫਿਰ ਉਹ ਆਪਣੇ ਸੇਵਕ ਦੀ ਜਿਹੜੀ ਇੱਜ਼ਤ ਪੱਤ ਹੈ ਉਹ ਆਪ ਰੱਖੇਗਾ। ਜਪ ਮਨ ਮੇਰੇ RAM RAM ਰੰਗ। ਇਹ ਰਹਾਉ ਵਾਲਾ ਬੰਦ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਕੇਂਦਰੀ ਭਾਵ ਦਿੱਤਾ। ਸਤਿਗੁਰੂ ਜੀ ਨੇ ਵੇਖੋ, ਹਰ ਕੋਈ ਬੰਦਾ ਭਾਊ ਫਲਾਨਾ ਸਿਆ, ਇੰਜ ਗੱਲ ਇੰਜ ਕੰਮ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਮਨ ਨਾਲ ਬਚਨ ਕੀਤਾ, ਮਨ ਨੂੰ ਸੰਬੋਧਨ ਕੀਤਾ, ਮਨ ਨੂੰ ਮੁਖਾਤਬ ਹੋਏ, ਕਹਿਣ ਲੱਗੇ ਜਪ ਮਨ ਮੇਰੇ, ਐ ਮੇਰੇ ਮਨ ਜਪ। ਕੀ ਜਪ? RAM RAM ਰੰਗ। ਪਰਮਾਤਮਾ ਦੇ ਰੰਗ ਵਿੱਚ। RAM ਦਾ ਅਰਥ ਇੱਥੇ ਦਸ਼ਰਥ ਦਾ ਪੁੱਤਰ ਨਹੀਂ, RAM ਦਾ ਅਰਥ ਹੈ ਜਿਹੜਾ ਰਮਿਆ ਹੋਇਆ ਹੈ, ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਹੈ, ਜਿਹੜਾ ਫੁੱਲਾਂ ਦੇ ਅੰਦਰ ਸੁਗੰਧੀ ਬਣ ਕੇ ਬੈਠਾ ਹੈ, ਪਾਣੀ ਦੇ ਅੰਦਰ ਪਿਆਸ ਨੂੰ ਮਿਟਾਉਣ ਦੀ ਸ਼ਕਤੀ ਬਣ ਕੇ ਬੈਠਾ, ਭੋਜਨ ਵਿੱਚ ਭੁੱਖ ਨੂੰ ਖਤਮ ਕਰਨ ਦੀ ਤਾਕਤ ਬਣ ਕੇ ਬੈਠਾ। ਹਰ ਥਾਂ ਤੇ ਜਿਹੜਾ ਪਰਮਾਤਮਾ ਮੌਜੂਦ ਹੈ, ਉਹਦੀ ਮੌਜੂਦਗੀ ਹਰ ਥਾਂ ਤੇ ਹਰ ਵਕਤ ਹੈ। ਇਹ ਨਹੀਂ ਵੀ ਹੁਣ ਹੈਗੀ ਹੈ ਬਾਅਦ ਚੋਂ ਨਹੀਂ ਹੈ, ਉਹ ਹਮੇਸ਼ਾ ਜਿਸ ਦੀ ਮੌਜੂਦਗੀ ਹੈ ਉਸ ਪਰਮਾਤਮਾ ਦੇ ਰੰਗ ਵਿੱਚ, ਤੇ ਜਿਹੜਾ ਉਹਦੇ ਰੰਗ ਵਿੱਚ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ। ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਜੀ। ਪਰਮਾਤਮਾ ਦਾ ਰੰਗ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਜਿਨ੍ਹਾਂ ਦੀ ਆਤਮਾ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਨਾ ਜੀ,
ਉਹਨਾਂ ਨੂੰ ਫਿਰ ਦੂਜੇ ਰੰਗ ਜਿਹੜੇ ਫਿੱਕੇ ਲੱਗਣ ਲੱਗ ਜਾਂਦੇ, ਚਾਹੇ ਵਿਸ਼ੇ ਵਿਕਾਰਾਂ ਦੇ ਰੰਗ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਉਹਨੂੰ ਦੁਨੀਆ ਦੇ ਪਦਾਰਥਾਂ ਦੇ ਰੰਗ ਚੰਗੇ ਨਹੀਂ ਲੱਗਦੇ, ਉਹਨੂੰ ਦੁਨੀਆ ਦੀਆਂ ਜਾਇਦਾਦਾਂ, ਦੁਨੀਆ ਦੀਆਂ ਰਾਜ ਸ਼ਕਤੀਆਂ ਵੀ ਚੰਗੀਆਂ ਨਹੀਂ ਲੱਗਦੀਆਂ। ਉਹਨਾਂ ਦਾ ਆਤਮਾ ਦੇ ਅੰਦਰ ਪਰਮਾਤਮਾ ਦਾ ਰੰਗ। ਜੇ ਕੋਈ ਉਹਨਾਂ ਨੂੰ ਨਵਾਬੀ ਵੀ ਭੇਟ ਕਰਦਾ ਹੈ ਤੇ ਉਹ ਕਹਿੰਦਾ ਮੇਰੇ ਤੋਂ ਗੁਰੂ ਘਰ ਦੀ ਸੇਵਾ ਨਾ ਖੋਇਓ, ਉਹ ਕਹਿੰਦਾ ਮੈਨੂੰ ਸੇਵਾ ਕਰਨ ਦੀ, ਕਿਉਂਕਿ ਜਿਹੜਾ ਆਤਮਿਕ ਆਨੰਦ ਸੇਵਾ ਵਿੱਚੋਂ ਤੇ ਸਿਮਰਨ ਵਿੱਚੋਂ, ਬੰਦਗੀ ਵਿੱਚੋਂ ਮਿਲਣਾ ਹੈ, ਉਹ ਰਾਜ ਸ਼ਕਤੀਆਂ ਵਿੱਚੋਂ ਵੀ ਆਨੰਦ ਨਹੀਂ ਪ੍ਰਾਪਤ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਝਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਉਸ ਪ੍ਰਮਾਤਮਾ ਦੇ, ਐ ਮੇਰੇ ਮਨ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਲੱਗ ਜਾ। ਘਰ ਬਾਹਰ ਤੇਰੇ ਸਦ ਸੰਗ। ਉਹ ਪ੍ਰਮਾਤਮਾ ਜਿਹੜਾ ਹੈ ਘਰ ਵਿੱਚ ਵੀ ਤੇ ਬਾਹਰ ਵਿੱਚ ਵੀ। ਹੁਣ ਘਰ ਇੱਕ ਤੇ ਘਰ ਜਿਹੜਾ ਸਾਡੇ ਕੋਲ ਰੱਬ ਦੀ ਦਿੱਤੀ ਹੋਈ ਕੋਠੀ ਹੈ, ਮਹੱਲ ਹੈ, ਜਾਂ ਛੋਟਾ ਮੋਟਾ ਮਕਾਨ ਹੈ, ਜੋ ਵੀ ਹੈ, ਇਹਨੂੰ ਵੀ ਆਪਾਂ ਘਰ ਕਹਿੰਦੇ। ਇੱਕ ਉਸ ਘਰ ਦੀ ਗੱਲ ਹੈ, ਲੇਕਿਨ ਇੱਕ ਆ ਦੁਨੀਆ ਰੂਪੀ ਘਰ ਦੀ ਗੱਲ ਹੈ। ਲੈ ਇੱਥੋਂ ਜਿਹੜੀ ਗੁਰੂ ਸਾਹਿਬ ਜੀ ਨੇ ਇਹ ਇੱਕ ਬਾਹਰ ਦੀ ਦੁਨੀਆ ਦੀ ਗੱਲ ਤੇ ਅੰਦਰ ਦੀ ਦੁਨੀਆ ਦੀ ਗੱਲ। ਇੱਥੇ ਸੰਸਾਰ ਵਿੱਚ ਵੀ ਸਤਿਗੁਰੂ ਅਸਲ ਗੱਲ ਹੈ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਦੀ, ਕਿ ਇਸ ਸੰਸਾਰ ਵਿੱਚ ਵੀ ਸੁਖੀ ਰਹੇਗਾ ਤੇ ਆਤਮਿਕ ਤੌਰ ਤੇ ਪਰਲੋਕ ਵਿੱਚ ਵੀ ਸੁਖੀ ਰਹੇਗਾ। ਜਦੋਂ ਉਸ ਪ੍ਰਮਾਤਮਾ ਦਾ ਨਾਮ ਦਾ ਰੰਗ ਚੜ ਜਾਵੇਗਾ ਨਾ, ਫਿਰ ਤੇਰੇ ਲੋਕ ਪਰਲੋਕ ਸਵਰ ਜਾਣੇ ਨੇ, ਆਤਮਿਕ ਆਨੰਦ ਬਣਿਆ ਰਹਿਣਾ ਹੈ। ਰਹਾਉ ਤਿਸ ਕੀ ਟੇਕ ਮਨੈ ਮਹਿ ਰਾਖ। ਹਰ ਬੰਦੇ ਨੇ ਕਿਸੇ ਦਾ ਆਸਰਾ ਤੱਕਿਆ ਹੈ, ਕਿਸੇ ਨੇ ਕਿਸੇ ਦਾ ਆਸਰਾ ਰੱਖਿਆ ਹੋਇਆ ਹੈ, ਕਿਸੇ ਨੇ ਕਿਸੇ ਦਾ ਆਸਰਾ, ਕੋਈ ਰਾਜ ਸ਼ਕਤੀ ਦਾ ਆਸਰਾ ਲੈ ਰਿਹਾ ਹੈ, ਕੋਈ ਧਨ ਪਦਾਰਥ ਦਾ, ਕੋਈ ਵੱਡੇ ਦਾ, ਕੋਈ ਛੋਟੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਲੇਕਿਨ ਅਸਲ ਆਸਰਾ ਜਿਹੜਾ ਹੈ, ਅਸਲ ਟੇਕ ਜਿਹੜੀ ਹੈ, ਉਹ ਕਿਹਦੀ ਰੱਖਣੀ ਹੈ? ਪਰਮਾਤਮਾ ਦੇ ਨਾਮ ਦੀ ਟੇਕ ਲੈਣੀ, ਪਰਮਾਤਮਾ ਦੀ ਟੇਕ ਲੈਣੀ ਹੈ। ਕਿਉਂਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਜਿਹੜਾ ਜੀਵ ਮਨੁੱਖਾਂ ਦੀ ਟੇਕ ਰੱਖਦਾ ਹੈ, ਇਹ ਤੇ ਸਾਰੀ ਬੇਅਰਥ ਹੈ, ਇਹ ਤੇ ਨਾਸ਼ਵੰਤ ਹੈ। ਸਾਰਾ ਸੰਸਾਰ ਨਾਸ਼ਵੰਤ ਹੈ, ਤੇ ਫਿਰ ਟੇਕ ਕਾਦੀ ਰੱਖਣੀ? ਟੇਕ ਤੇ ਉਸ ਦੀ ਰੱਖੀਏ ਜਿਹੜਾ ਅਵਿਨਾਸ਼ੀ ਹੈ, ਜਿਹੜਾ ਕਦੀ ਬਿਨਸਦਾ ਨਹੀਂ, ਕਦੀ ਖਤਮ ਨਹੀਂ ਹੁੰਦਾ। ਬਾਕੀ ਤੇ ਸਾਰਾ ਕੁਝ ਨਾਸ਼ਵੰਤ ਹੈ। ਕਿਸੇ ਨੂੰ ਧੀਆਂ ਪੁੱਤਰਾਂ ਦੀ ਟੇਕ ਰੱਖੀ, ਕਿਸੇ ਨੇ ਆਪਣੇ ਕਿਸੇ ਦੀ ਰੱਖੀ, ਲੇਕਿਨ ਅਸਲ ਟੇਕ ਪਰਮਾਤਮਾ ਦੀ ਰੱਖੀ ਜਾਵੇ ਤੇ ਪਰਮਾਤਮਾ ਜੀਵ ਨੂੰ ਕਦੀ ਦੁਖੀ ਨਹੀਂ ਹੋਣ ਦਿੰਦਾ। ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਉਸ ਕਰਤੇ ਦੀ ਟੇਕ ਕਿਵੇਂ ਬਣੇਗੀ? ਉਸ ਟੇਕ ਦਾ ਆਸਰਾ ਕਿਵੇਂ ਲਿਆ ਜਾਏਗਾ? ਉਹ ਹੈ ਗੁਰੂ ਦੇ ਸ਼ਬਦ ਨਾਲ। ਤੇ ਜੇ ਅਸੀਂ ਕਿਸੇ ਬਾਬਿਆਂ ਤੋਂ ਸ਼ਬਦ ਲੈ ਕੇ ਗਲ ਵਿੱਚ ਪਾ ਲਵਾਂਗੇ, ਕਈ ਤਾਂ ਇਦਾਂ ਵੀ ਸੋਚਦੇ ਆ, ਕਹਿੰਦੇ ਆ ਕਿ ਬਾਬੇ ਤੋਂ ਸ਼ਬਦ ਲੈ ਕੇ ਮੁੜਾ ਕੇ ਗਲ ਵਿੱਚ ਪਾ ਲਿਆ। ਤੇ ਮੈਂ ਕਈ ਵਾਰ ਮਾਫੀ ਮੰਗ ਕੇ ਕਹਿੰਦਾ ਉਹਨਾਂ ਹੱਥ ਜੋੜ ਕੇ ਕਿ ਖਿਮਾ ਚਾਹੁੰਦਾ ਹੈ ਕਿ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗਲ 'ਚ ਵੀ ਪਾਉਂਗੇ। ਏਦਾਂ ਰਾਖੀ ਨਹੀਂ। ਰਾਖੀ ਕਿਵੇਂ ਕਰਦਾ ਹੈ? ਕੌਣ ਕਰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂਕਾ ਅੰਤਰਜਾਮੀ, ਸੋਏ ਅਚਿੰਤਾ ਜਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਜਿੱਥੇ ਕਿੱਥੇ ਵੀ ਲੋੜ ਪੈ ਜਾਏ। ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਿੱਦਾਂ ਜੀ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਦੇ ਮੰਤਰ ਨੂੰ ਦ੍ਰਿੜ ਕਰਨਾ ਸੀ। ਅਸੀਂ ਡੌਲਿਆਂ ਨਾਲ ਬੰਨਣ ਲੱਗ ਗਏ, ਅਸੀਂ ਗਲਾਂ ਵਿੱਚ ਪਾਉਣ ਲੱਗ ਗਏ, ਅਸੀਂ ਧਾਗੇ ਦੇ ਰੂਪ ਵਿੱਚ ਸੋਚਿਆ ਕਿ ਗਲ 'ਚ ਬੰਨ ਲਿਆ ਸਾਡੀ ਰਾਖੀ ਹੋ ਜਾਏਗੀ। ਇਦਾਂ ਗੱਲ ਬਣਨੀ ਕੋਈ ਨਹੀਂ, ਕਿਉਂਕਿ ਅਸਲ ਵਿੱਚ ਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਨੂੰ ਹਿਰਦੇ ਵਿੱਚ, ਸੁਰਤ ਰੂਪੀ ਹਿਰਦੇ ਵਿੱਚ ਪਾਉਣਾ ਹੈ। ਜਦੋਂ ਹਿਰਦੇ ਵਿੱਚ ਜਾਵੇਗਾ ਤੇ ਜਿਵੇਂ ਦਾ ਸ਼ਬਦ ਅੰਦਰ ਜਾਏਗਾ, ਅੰਦਰੋਂ ਉਵੇਂ ਦਾ ਖੇੜਾ ਪੈਦਾ ਹੋਏਗਾ, ਉਵੇਂ ਦਾ ਆਨੰਦ ਰਸ ਬਣੇਗਾ, ਉਵੇਂ ਦੀ ਅੰਦਰ ਹੁਲਾਸ ਆਏਗਾ। ਨਹੀਂ ਤੇ ਦੁਨੀਆ ਦੇ ਜਿਹੜੇ ਸ਼ਬਦ ਅਸੀਂ ਕੂੜ ਕਬਾੜ ਆਪਣੇ ਕੰਨਾਂ ਨਾਲ ਸੁਣਦੇ ਹਾਂ, ਉਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਵੱਲ ਤੁਲੇ ਹੋਏ ਨੇ। ਬਹੁਤਾਤ ਮੈਂ ਦੇਖਦਾ ਹਾਲਾਤ ਆਪਾਂ ਸਾਰੇ ਹੀ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਬੱਚੇ ਨਾ ਚੰਗਾ ਸੁਣ ਰਹੇ ਨੇ, ਨਾ ਚੰਗਾ ਦੇਖ ਰਹੇ ਨੇ। ਜਿਹੜਾ ਜੀਵ ਨਾ ਚੰਗਾ ਸੁਣਦਾ ਹੋਵੇ, ਨਾ ਚੰਗਾ ਦੇਖਦਾ ਹੋਵੇ, ਉਹਦਾ ਜੀਵਨ ਚੰਗਾ ਕਿਵੇਂ ਬਣ ਸਕਦਾ ਹੈ? ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਵੇਖੋ ਜੀ ਅੱਜ ਦੀ ਕਿਉਂਕਿ ਟੈਕਨੋਲੋਜੀ ਨੇ ਬਹੁਤ ਐਡਵਾਂਸ ਹੋ ਚੁੱਕੀ ਹੈ। ਆਪਾਂ ਨੂੰ ਪਤਾ ਹੈ ਕਿ ਪਹਿਲਾਂ 3 ਤਰ੍ਹਾਂ ਦੀ ਫਾਰਮ ਦੀ ਗੱਲ ਕਰਦੇ ਸੀ। ਕਹਿੰਦੇ ਸੀ ਇੱਕ ਸੋਲਿਡ ਹੈ, ਇੱਕ ਲਿਕਵਿਡ ਹੈ, ਇੱਕ ਗੈਸੇਜ ਹੈ, ਜਿਹੜੀਆਂ ਜੀਵ ਦੇ ਅੰਦਰ ਜਾਂਦੀਆਂ ਨੇ। ਮੈਂ ਕਹਿੰਦਾ ਨਾ, ਲਿਕਵਿਡ ਪੀਣ ਵਾਲੇ ਪਦਾਰਥ ਅੰਦਰ ਜਾਂਦੇ ਨੇ, ਸੋਲਿਡ ਖਾਣ ਵਾਲੇ ਜਾਂਦੇ ਨੇ, ਤੇ ਜਿਹੜੀਆਂ ਗੈਸੇਜ ਅਸੀਂ ਆਕਸੀਜਨ ਲੈਂਦੇ ਹਾਂ, ਇਹ ਸਾਡੇ ਅੰਦਰ ਜਾਂਦੀਆਂ ਨੇ। ਲੇਕਿਨ ਚੌਥੀ ਫਾਰਮ ਵੀ ਹੈ। ਉਹ ਕਿਹੜੀ ਹੈ? ਉਹ ਹੈ ਸ਼ਬਦ ਦੀ।
ਅੱਜ ਕੱਲ ਕਿਉਂਕਿ ਇਹਨੂੰ ਮੰਨ ਲਿਆ ਗਿਆ ਹੈ, ਜਿਹੜੀ ਚੌਥੀ ਫਾਰਮ ਆ ਗਈ ਹੈ ਸ਼ਬਦ ਦੀ ਫਾਰਮ। ਜਿਹੋ ਜੇ ਸ਼ਬਦ ਮਨੁੱਖ ਦੇ ਕੰਨਾਂ ਵਿੱਚ ਜਾਂਦੇ ਨੇ ਉਹੋ ਜਿਹਾ ਉਹਦਾ ਜੀਵਨ ਬਣਦਾ। ਸੰਗਤ ਜੀ, ਇਹ ਗੱਲ ਸਾਇੰਸ ਨੇ ਕਬੂਲ ਕਰ ਲਈ ਕਿ ਜੇ ਕੋਈ ਬੱਚਾ ਜਨਮ ਲਵੇ ਤੇ ਜਨਮ ਲੈਂਦੇ ਸਾਰ ਉਹਨੂੰ ਕਿਸੇ ਗੁਫਾ ਵਿੱਚ ਛੱਡ ਆਓ, ਉਹ ਗੂੰਗਾ ਹੋਏਗਾ, ਬੋਲੇਗਾ ਨਹੀਂ। ਤੇ ਇੱਕ ਹੋਰ ਉਦਾਹਰਣ, ਕੋਈ ਮਾਂ ਪੰਜਾਬੀ ਬੋਲਣ ਵਾਲੀ ਮਾਂ ਦੀ ਕੁੱਖ ਤੋਂ ਬੱਚਾ ਪੈਦਾ ਹੋਵੇ, ਉਹਦਾ ਪਾਲਣ ਪੋਸ਼ਣ ਅੰਗਰੇਜ਼ੀ ਬੋਲਣ ਵਾਲੀ ਮਾਂ ਕਰ ਦੇਵੇ, ਉਹ ਪੰਜਾਬੀ ਨਹੀਂ ਬੋਲੇਗਾ, ਉਹ ਅੰਗਰੇਜ਼ੀ ਬੋਲੇਗਾ। ਕਿਉਂਕਿ ਜਿਹੜੀ ਭਾਸ਼ਾ ਵਿੱਚ ਉਹਦੇ ਅੰਦਰ ਸ਼ਬਦ ਗਏ ਨੇ ਉਸੇ ਭਾਸ਼ਾ ਵਿੱਚ ਹੀ ਉਹਦੇ ਅੰਦਰ ਸ਼ਬਦ ਬਣਨੇ ਨੇ। ਜਿਹੜੇ ਮੈਂ ਕਈ ਵਾਰ ਇਹ ਗੱਲ ਕਹੀ, ਜਿਹੜੇ ਬੱਚੇ ਗੰਦੀਆਂ ਗਾਲਾਂ ਕੱਢਦੇ ਨੇ, ਗੰਦ ਬੋਲਦੇ ਨੇ, ਉਹਨਾਂ ਦੇ ਅੰਦਰ ਗੰਦ ਗਿਆ ਹੈ ਤਾਂ ਉਹ ਬਾਹਰ ਆਉਂਦਾ ਹੈ। ਜੋ ਕੁਛ ਅੰਦਰ ਇਨਕਮਿੰਗ ਜਾਏਗੀ ਉਵੇਂ ਦੀ ਬਾਹਰ ਆਊਟ ਗੋਇੰਗ ਆਏਗੀ। ਜੇ ਇਹਦੇ ਅੰਦਰ ਅੰਮ੍ਰਿਤ ਰੂਪੀ ਸ਼ਬਦ ਜਾਣਗੇ, ਗੁਰੂ ਦੇ ਨਾਮ ਦੇ ਸ਼ਬਦ ਜਾਣਗੇ, ਗੁਰੂ ਕੀ ਬਾਣੀ ਦੇ ਸ਼ਬਦ ਜਾਣਗੇ, ਤੇ ਉਹ ਕਦੀ ਗੰਦ ਬੋਲ ਹੀ ਨਹੀਂ ਸਕਦੇ, ਉਹ ਭੈੜਾ ਬੋਲ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਭੈੜਾ ਬੋਲ ਗਿਆ ਹੀ ਨਹੀਂ। ਜਿਹੜਾ ਬਾਹਰ ਆ ਰਿਹਾ ਇਹਦਾ ਮਤਲਬ ਉਹਨਾਂ ਦੇ ਅੰਦਰ ਕਿਤੇ ਨਾ ਕਿਤੇੋਂ ਇਨਕਮਿੰਗ ਦੇ ਵਿੱਚ ਕਿਤੇ ਵਾਇਰਸ ਆਇਆ ਹੈ, ਗੰਦਗੀ ਅੰਦਰ ਗਈ ਤਾਂ ਬਾਹਰ ਆ ਰਹੀ ਹੈ। ਇਸ ਕਰਕੇ ਬੱਚੇ ਜਿਹੜੇ ਝੂਠ ਬੋਲਦੇ ਲੋਕ ਨੇ, ਉਹ ਬੰਦਾ ਝੂਠ ਜ਼ਿੰਦਗੀ 'ਚ ਬੋਲ ਹੀ ਨਹੀਂ ਸਕਦਾ ਜਿਹਨੇ ਝੂਠ ਕਦੀ ਸੁਣਿਆ ਨਾ ਹੋਵੇ। ਜਿਹੜਾ ਝੂਠ ਕੰਨਾਂ ਨਾਲ ਸੁਣਦਾ, ਚਾਹੇ ਸੁਸਾਇਟੀ ਤੋਂ ਚਾਹੇ ਪਰਿਵਾਰ ਤੋਂ, ਕਿਤੇ ਨਾ ਕਿਤੇ ਉਹਦੇ ਅੰਦਰ ਝੂਠ ਗਿਆ, ਕੂੜ ਗਿਆ, ਤੇ ਤਾਂ ਉਹ ਕੂੜ ਬਾਹਰ ਆ ਰਿਹਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ। ਗੁਰੂ ਦੇ ਸ਼ਬਦ ਵਿੱਚ ਅੰਮ੍ਰਿਤ ਜਿਹੜਾ ਹੈ ਭਰਿਆ ਹੋਇਆ ਹੈ। ਅੰਮ੍ਰਿਤ ਨਾਮ ਨਿਦਾਨ ਹੈ। ਕਿਹੜਾ ਅੰਮ੍ਰਿਤ ਭਰਿਆ ਹੋਇਆ ਹੈ? ਨਾਮ ਰੂਪੀ ਅੰਮ੍ਰਿਤ ਗੁਰੂ ਦੇ ਸ਼ਬਦ ਵਿੱਚ ਭਰਿਆ ਹੋਇਆ ਹੈ। ਤੇ ਜਦੋਂ ਇਸ ਨਾਮ ਰੂਪੀ ਸ਼ਬਦ ਨੂੰ ਕੰਨਾਂ ਦੇ ਕਟੋਰਿਆਂ ਨਾਲ ਚਖੇਗਾ, ਭਰੇਗਾ, ਛਕੇਗਾ, ਤੇ ਉਦੋਂ ਤੇਰੇ ਅੰਦਰ ਆਨੰਦ ਬਣੇਗਾ। ਅਵਰ ਜਤਨ ਕਹੋ ਕੌਣ ਕਾਜ। ਸਤਿਗੁਰੂ ਜੀ ਨੇ ਜਿਹੜੇ ਤੂੰ ਕੰਮਕਾਰ ਕਰਦਾ ਫਿਰਦਾ ਹੈ, ਆਹਰ ਸਭ ਕਰਦਾ ਫਿਰੈ, ਸਾਰੇ ਕੰਮਕਾਰ ਤੂੰ ਕਰਦਾ ਫਿਰਦਾ, ਐੜੇ ਕਰਨਾ ਹਾਹਾ ਤੇ ਰਾਰਾ। ਇਹਦਾ ਮਤਲਬ ਹੈ ਬਹੁਵਚਨ ਸ਼ਬਦ ਹੈ। ਤੇ ਜਦੋਂ ਆਹਰ ਸਭ ਕਰਦਾ ਫਿਰੈ, ਸਾਰੇ ਕੰਮਕਾਰ ਕਰਦਾ ਫਿਰਦਾ ਹੈ, ਆਹਰ ਇੱਕ ਨਾ ਹੋਏ, ਇੱਥੇ ਰਾਰੇ ਨੂੰ ਔਂਕੜ ਹੈ। ਇਹ ਇੱਕ ਵਚਨ ਨਾਮ ਪੁਲਿੰਗ ਹੈ। ਜਦੋਂ ਇੱਕ ਵਚਨ ਨਾਮ ਪੁਲਿੰਗ ਹੋਏਗਾ ਉਦੋਂ ਔਂਕੜ ਆਏਗੀ। ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ, ਸਤਨਾਮ ਮਮੇ ਨੂੰ ਔਂਕੜ, ਕਰਤਾ ਪੁਰਖ ਜਿਹੜੇ ਹੈ ਖੱਖੇ ਨੂੰ ਔਂਕੜ, ਨਿਰਵੈਰ ਰਾਰੇ ਨੂੰ ਔਂਕੜ ਆਈ। ਇਹ ਜਦੋਂ ਇੱਕ ਵਚਨ ਨਾਵ ਤੇ ਪੁਲਿੰਗ ਹੈ ਤਾਂ ਤਿੰਨਾਂ ਨੂੰ ਔਂਕੜ ਆਈ। ਪਰ ਬੜੀ ਮਜ਼ੇ ਵਾਲੀ ਗੱਲ ਹੈ ਕਿ ਅਕਾਲ ਇੱਕ ਵਚਨ ਨਾਵ ਪੁਲਿੰਗ, ਲੱਲੇ ਨੂੰ ਔਂਕੜ ਹੈ ਨਹੀਂ। ਆਉਣ ਦਾ ਕਾਰਨ ਕੀ, ਹਟਣ ਦਾ ਕਾਰਨ ਕੀ? ਜਿਨ੍ਹਾਂ ਨੇ ਗੁਰਬਾਣੀ ਵਿਆਕਰਣ ਨੂੰ ਪੜ੍ਹਿਆ ਉਹਨਾਂ ਨੂੰ ਇਹਦੀ ਸਮਝ ਪੈ ਸਕਦੀ ਹੈ ਕਿ ਅਸਲ ਵਿੱਚ ਔਂਕੜ ਆਈ ਕਿਉਂ, ਹਟੀ ਕਿਉਂ। ਉਹਦੇ ਹਟਣ ਦੇ ਵੀ ਕਾਰਨ ਹੈ, ਜਦੋਂ ਸੰਬੰਧਕ ਆਏਗਾ, ਸੰਬੋਧਨ ਹੋਏਗਾ, ਉਹਦੀ ਔਂਕੜ ਹਟ ਜਾਵੇਗੀ, ਭਾਵੇਂ ਉਹ ਇੱਕ ਵਚਨ ਨਾਮ ਪੁਲਿੰਗ ਵੀ ਹੋਵੇ। ਇਸ ਕਰਕੇ ਅਕਾਲ ਇੱਕ ਵਚਨ ਨਾਮ ਪੁਲਿੰਗ ਵੀ ਹੈ, ਲੱਲੇ ਨੂੰ ਔਂਕੜ ਤਾਂ ਹਟ ਗਈ ਕਿ ਉਹਦਾ ਸੰਬੰਧਕ ਮੂਰਤ ਆ ਗਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ 'ਚ ਸਮਝਾਇਆ, ਆਹਰ ਸਭ ਕਰਦਾ ਫਿਰੈ, ਸਾਰੇ ਕੰਮਕਾਰ ਕਰਦਾ ਫਿਰਦਾ, ਬਹੁਵਚਨ ਤੇ ਰਾਰਾ ਮੁਕਤਾ। ਆਹਰ ਇੱਕ ਨਾ ਹੋਏ, ਇੱਥੇ ਰਾਰੇ ਨੂੰ ਔਂਕੜ ਆ ਗਈ ਕਿ ਇੱਕ ਕੰਮਕਾਰ ਨਹੀਂ ਕਰਦਾ। ਕਿਹੜਾ ਕੰਮਕਾਰ ਨਹੀਂ ਕਰਦਾ? ਜਿਤ ਆਹਰ ਜਗ ਉਧਰੈ। ਇੱਥੇ ਆਹਰ ਰਾਰੇ ਨੂੰ ਸਿਹਾਰੀ ਆ ਗਈ, ਇਹ ਕਾਰਕ ਦੇ ਰੂਪ ਵਿੱਚ ਆ ਗਈ ਕਿ ਜਿਸ ਕੰਮ ਦੇ ਨਾਲ ਸੰਸਾਰ ਦਾ ਉਧਾਰ ਹੋਣਾ ਸੀਗਾ, ਉਹ ਕੰਮ ਤੇ ਇਹਨੇ ਅੰਦਰੋਂ ਵਿਸਾਰ ਹੀ ਦਿੱਤਾ ਹੈ। ਜਿਸ ਕੰਮ ਕਾਜ ਦੁਆਰਾ ਇਹਦੀ ਆਤਮਾ ਦਾ ਭਲਾ ਹੋਣਾ ਸੀ, ਜਿਹਦੇ ਨਾਲ ਆਤਮਿਕ ਆਨੰਦ ਬਣਨਾ ਸੀ, ਉਹ ਕਾਜ ਤੇ ਇਹਨੇ ਛੱਡ ਦਿੱਤਾ ਹੈ। ਸੋ ਅਵਰ ਕਾਜ ਤੇਰੇ ਕਿਤੇ ਨਾ ਕਾਮ। ਫਿਰ ਕੀ ਹੈ? ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕੇਵਲ ਪਰਮਾਤਮਾ ਦੀ ਇਬਾਦਤ ਜਿਹੜੀ ਤੇਰੀ ਆਤਮਾ ਦਾ ਸਾਥ ਦੇਵੇਗੀ। ਨਹੀਂ ਤੇ ਇਹ ਰਿਸ਼ਤੇਦਾਰ, ਸਾਕ ਸੰਬੰਧੀ ਤੇ ਮੜੀਆਂ ਤੱਕ ਵੀ ਕਈ ਨਹੀਂ ਜੇ ਪਹੁੰਚਦੇ। ਕਈ ਤੇ ਮੜੀਆਂ ਤੋਂ ਪਹਿਲਾਂ ਵੀ ਜਿਨ੍ਹਾਂ ਦੇ ਉੱਤੇ ਬੜਾ ਮਾਣ ਕਰਦਾ ਹੁੰਦਾ, ਉਹ ਕਹਿੰਦਾ ਕੋਈ ਨਹੀਂ, ਸੰਸਕਾਰ ਕਰ ਲਿਓ, ਭੋਗਤੀ ਆ ਜਾਣਗੇ। ਉਹ ਤੇ ਮੜੀਆਂ ਤੱਕ ਵੀ ਸਾਥ ਨਹੀਂ ਦਿੰਦੇ। ਇਸ ਕਰਕੇ ਇਹ ਜਿਹੜੇ ਕਾਰਜ ਕਰਦਾ ਫਿਰਦਾ ਹੈ, ਭੱਜ ਦੌੜ ਕਰਦਾ ਹੈ, ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਦਿਨ ਰਾਤ ਕਰਦਾ ਹੈ, ਇਹਨਾਂ ਨੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਅਸਲ ਸਾਥ ਦੇਣ ਵਾਲਾ ਤੇ ਪ੍ਰਮਾਤਮਾ ਦਾ ਨਾਮ ਹੈ। ਕਰ ਕਿਰਪਾ ਰਾਖੈ ਆਪ ਲਾਜ। ਜਦੋਂ ਤੁਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਓਗੇ,
ਤੇ ਫਿਰ ਜਦੋਂ ਅਸੀਂ ਆਤਮਾ ਸਮਰਪਿਤ ਰੂਪ ਵਿੱਚ ਕਰ ਦੇਵਾਂਗੇ, ਬਾਬਿਆਂ ਦਾ ਖਹਿੜਾ ਛੱਡ ਕੇ ਇੱਕੋ ਬਾਬੇ ਨੂੰ ਬਣਾ ਲਵਾਂਗੇ ਕਿ ਜਿਹੜਾ ਸਾਡਾ ਬਾਬਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਅੰਮ੍ਰਿਤ ਰੂਪੀ ਬਾਣੀ ਦੀ, ਫਿਰ ਜਦੋਂ ਅਸੀਂ ਉਹਨਾਂ ਨੂੰ ਸਮਰਪਿਤ ਹੋ ਜਾਵਾਂਗੇ, ਨਾਮ ਬਾਕੀ ਕਾਜ ਛੱਡ ਕੇ ਦਾ ਮਤਲਬ ਇਹ ਨਾ ਸਮਝ ਲੈਣਾ ਕਿ ਬਾਬਾ ਜੀ ਫਿਰ ਸਾਡੀ ਕਿਰਤ ਅਸੀਂ ਪ੍ਰਸ਼ਾਦਾ ਕਿੱਥੋਂ ਛਕਾਂਗੇ। ਅਸਲ ਵਿੱਚ ਕੰਮ ਕਾਜ, ਭੈੜੇ ਕੰਮ ਕਾਰਜ, ਬੁਰਾਈਆਂ ਛੱਡ ਦੇਣੀਆਂ, ਕਿਰਤ ਕਰਨੀ ਨਹੀਂ ਛੱਡਣੀ। ਕਿਉਂਕਿ ਕਿਰਤ ਕਰਨ ਦੀ ਹਦਾਇਤ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕੀਤੀ ਹੋਈ ਹੈ ਨਾ, ਕਿਰਤ ਕਰੋ ਨਾਮ ਜਪੋ। ਤੇ ਫਿਰ ਤੁਸੀਂ ਕਹਿ ਸਕਦੇ ਨਾਮ ਕਿਵੇਂ ਜਪਾਂਗੇ? ਨਾਮ ਜਪਣ ਦਾ ਵੀ ਤਰੀਕਾ ਜਿਹੜਾ ਹੈ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੋਇਆ, ਬਾਣੀ ਦੇ ਅੰਦਰ ਸਮਝਾਇਆ ਹੈ ਕਿ ਨਾਮ ਕਿਵੇਂ ਅਸੀਂ ਕਿਰਤ ਕਰਦੇ ਹਾਂ, ਜਪ ਸਕਦੇ ਹਾਂ। ਇਹ ਆਪਾਂ ਨੂੰ ਭਗਤ ਕਬੀਰ ਜੀ ਦਾ ਅੰਕਿਤ ਕੀਤਾ ਹੋਇਆ ਵਿਚਾਰ ਚਰਚਾ ਭਗਤ ਨਾਮਦੇਵ ਜੀ ਤੇ ਭਗਤ ਤਰਲੋਚਨ ਜੀ ਦੀ, ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਛਿਪੋ ਛਾਏ ਲੋ ਰਾਮ ਨਾ ਲਾਵੋ ਚੀਤ। ਤੇ ਫਿਰ ਉੱਤਰ ਦੇ ਰੂਪ ਵਿੱਚ ਮਿਲਿਆ ਨਾ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਜਿਹੜਾ ਹੈ ਉਹ ਕਾਰ ਵੱਲ ਤੇ ਜਿਹੜਾ ਆਤਮਾ ਹੈ ਉਹਨੂੰ ਨਿਰੰਕਾਰ ਵੱਲ ਜੋੜ ਕੇ ਰੱਖਣਾ ਹੈ। ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖਣਾ, ਕਿਰਤ ਕਰਨੀ ਹੈ। ਪਰ ਅਸਲ ਗੱਲ ਜਿਹੜੀ ਹੈ ਬੁਰਾਈਆਂ ਦੀ, ਕਿਉਂਕਿ ਮਨੁੱਖ ਨੇ ਆਪਣੇ ਅੰਦਰੋਂ ਬੁਰਾਈਆਂ ਦਾ ਤਿਆਗ ਜਿਹੜਾ ਹੈ ਉਹ ਕਰਨ ਲਈ ਤਿਆਰ ਨਹੀਂ ਹੈ। ਅੰਦਰੋਂ ਬੁਰਾਈਆਂ ਦਾ ਤਿਆਗ ਕਰਨਾ ਹੈ ਤੇ ਜਿਹੜੇ ਸ਼ੁਭ ਗੁਣ ਨੇ, ਸਬਰ, ਸਿਦਕ, ਸੰਤੋਖ, ਰੱਬ ਦੀ ਭੈ ਭਾਵਨੀ, ਉਹ ਅੰਦਰ ਲੈ ਕੇ ਆਉਣੀ ਹੈ। ਤੇ ਅੰਦਰੋਂ ਜਿਹੜੀ ਛਾਲ ਕਪਟ, ਠੱਗੀ, ਹੇਰਾ ਫੇਰੀ, ਝੂਠ ਫਰੇਬ, ਇਹ ਸਾਰਾ ਕੁਛ ਤਿਆਗਣਾ ਹੈ। ਲੇਕਿਨ ਮਨੁੱਖ ਇਹ ਸਾਰਾ ਕੁਛ ਛਾਲ ਕਪਟ ਤੇ ਅੰਦਰ ਰੱਖੀ ਬੈਠਾ ਹੈ ਤੇ ਕਹਿੰਦਾ ਮੇਰੇ ਤੇ ਕਿਰਪਾ ਹੋ ਜਾਏ। ਕਿਰਪਾ ਹੋਵੇਗੀ ਕਿਵੇਂ? ਕਿਰਪਾ ਤੇ ਉਦੋਂ ਹੀ ਹੋਵੇਗੀ ਜਦੋਂ ਅੰਦਰੋਂ ਛਾਲ ਕਪਟ, ਠੱਗੀ, ਹੇਰਾ ਫੇਰੀ ਇਹ ਛੱਡ ਦੇਵੇਂਗਾ। ਉਦੋਂ ਉਹ ਬਖਸ਼ਿਸ਼ ਰੂਪ ਵਿੱਚ ਫਿਰ ਕਿਰਪਾ ਕਰਕੇ ਤੇਰੀ ਲਾਜ ਪਤ ਇੱਜ਼ਤ ਉਹ ਆਪ ਰੱਖੇਗਾ। ਕਿਆ ਮਨੁੱਖ ਕਹੋ ਕਿਆ ਜੋਰ, ਇਸ ਮਨੁੱਖ ਦੀ ਕੀ ਪਾਇਆ ਹੈ? ਇਹਦੇ ਹੱਥ ਵਿੱਚ ਕੀ ਹੈ? ਕੁਝ ਵੀ ਨਹੀਂ ਹੈ। ਉਹ ਜੇ ਚਾਹਵੇ ਤੇ ਇਹਨੂੰ ਸਾਰਾ ਜਿਹੜਾ ਜਿੰਨਾ ਸੰਸਾਰ ਹੈ ਨਾ, ਪਰਮਾਤਮਾ ਕੋਲ ਤੇ ਸ਼ਕਤੀ ਹੈ ਕਿ ਉਹ ਚਾਹਵੇ ਹਰਨ ਭਰਨ ਮੈਂ ਨੇਤਰ ਫੋਰ, ਇੱਕ ਅੱਖ ਦੇ ਝਮੱਕੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰ ਸਕਦਾ ਹੈ ਤੇ ਨਾਸ਼ ਹੋਈ ਨੂੰ ਬਣਾ ਸਕਦਾ ਹੈ। ਪਰ ਮਨੁੱਖ ਦੇ ਹੱਥ ਵਿੱਚ ਕੀ ਹੈ ਇਹਦਾ ਤੇ ਪਤਾ ਹੀ ਕੋਈ ਨਹੀਂ ਹੈ ਕਿ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ। ਪਤਾ ਨਹੀਂ ਇਹਨੇ ਮਤਾ ਕਿਹੜੇ ਪਾਸੇ ਦਾ ਕੀਤਾ ਹੋਵੇ ਤੇ ਉਹਦਾ ਹੁਕਮ ਕਿਹੜੇ ਪਾਸੇ ਜਾਣ ਦਾ ਹੋ ਜਾਵੇ। ਇਹਦੇ ਹੱਥ ਵਿੱਚ ਤੇ ਕੁਝ ਵੀ ਨਹੀਂ ਹੈ। ਇਹ ਸਾਰਾ ਕੁਝ ਰਾਜ, ਸ਼ਕਤੀਆਂ, ਧਨ, ਪਦਾਰਥ, ਧੀਆਂ ਪੁੱਤਰ ਜਿਨ੍ਹਾਂ ਦੀ ਖਾਤਰ ਦੌੜਦਾ ਭੱਜਦਾ ਹੈ, ਇਹ ਅਸਲ ਵਿੱਚ ਸਾਰੀਆਂ ਨਿਆਮਤਾਂ ਦਾਤਾਂ ਦਾ ਮਾਲਕ ਤੇ ਉਹ ਦਾਤਾ ਆਪ ਹੈ। ਉਹ ਸਾਰੀਆਂ ਬਖਸ਼ਿਸ਼ਾਂ ਰੂਪ ਵਿੱਚ ਤਾਂ ਦੇ ਦਿੰਦਾ ਹੈ। ਲੇਕਿਨ ਇਸ ਮਨੁੱਖ ਦੇ ਹੱਥ ਵਿੱਚ ਕੋਈ ਸ਼ਕਤੀ ਨਹੀਂ, ਕੋਈ ਤਾਕਤ ਨਹੀਂ। ਇਹ ਭਰਮ ਪਾਲ ਕੇ ਬੈਠ ਗਿਆ ਕਿ ਮੇਰੇ ਕੋਲ ਆਹ ਸ਼ਕਤੀ ਹੈ, ਮੈਂ ਐਸ ਰਾਜ ਸ਼ਕਤੀ ਨਾਲ ਐਸ ਬੰਦੇ ਨੂੰ ਆਹ ਸਜ਼ਾ ਦੇਣੀ ਹੈ। ਯਾਦ ਰੱਖੋ, ਸਜ਼ਾ ਦੇਣ ਵਾਲਾ ਤੇ ਉਹ ਬੈਠਾ ਹੈ। ਜੇ ਉਹਦੀ ਰਹਿਮੋ ਕਰਮ ਹੋਵੇ ਤੇ ਕੁਝ ਹੋ ਸਕਦਾ ਹੈ, ਵਰਨਾ ਨਹੀਂ ਤੇ ਉਹ ਇਸ ਰਾਜ ਸ਼ਕਤੀ ਨੂੰ ਖੋਣ ਲੱਗਿਆ ਵੀ ਦੇਰੀ ਨਹੀਂ ਜੇ ਲਾਉਂਦਾ। ਜਿਹੜੀ ਰਾਜ ਸ਼ਕਤੀ ਦਿੰਦਾ ਹੈ ਨਾ, ਉਹ ਖੋਣ ਲੱਗਿਆ ਵੀ ਬਹੁਤੀ ਦੇਰ ਨਹੀਂ ਲਾਉਂਦਾ। ਝੂਠਾ ਮਾਇਆ ਕਾ ਸਭ ਸ਼ੋਰ, ਜਿੰਨਾ ਸ਼ੋਰ ਸ਼ਰਾਬਾ ਹੋ ਰਿਹਾ ਹੈ ਇਹ ਸਾਰਾ ਕੂੜ ਦਾ ਪਸਾਰਾ ਹੈ, ਝੂਠ ਦਾ ਹੈ। ਇਹਦੇ ਵਿੱਚ ਕੁਝ ਵੀ ਨਹੀਂ ਹੈ, ਕਿਉਂਕਿ ਅਸੀਂ ਸਾਰੇ ਝੂਠ ਦੇ ਪਸਾਰੇ ਵਿੱਚ ਹੀ ਪਸਰੇ ਹੋਏ ਆ। ਤੇ ਕੋਈ ਕਿਸੇ ਨੂੰ ਬੋਲ ਕੇ ਬੜੇ ਤਰ੍ਹਾਂ ਦੇ ਜਾਲ ਬੁਣੇ ਪਏ ਨੇ, ਆਪਣੇ ਗਲ ਵਿੱਚ ਫਾਈਆਂ ਆਪੇ ਹੀ ਪਾਈਆਂ ਹੋਈਆਂ, ਕਿਸੇ ਨੇ ਨਹੀਂ ਪਾਈਆਂ। ਤਾਂ ਹੀ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ, ਦੱਦਾ ਦੋਸ਼ ਨਾ ਦੇਉ ਕਿਸੀ, ਦੋਸ਼ ਕਰਮਾਂ ਆਪਣਿਆਂ। ਇਹ ਹਾਲਾਤ ਮਨੁੱਖ ਨੇ ਆਪਣੇ ਆਪੇ ਹੀ ਬਣਾ ਲਏ ਨੇ, ਕਿਸੇ ਨੇ ਨਹੀਂ ਬਣਾਏ। ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਇਹ ਜਿਹੜਾ ਹੈ ਸਾਰਾ ਮਾਇਆ ਦਾ ਪਸਾਰਾ ਹੈ, ਜਿਸ ਦੇ ਵਿੱਚ ਜੀਵ ਜਿਹੜਾ ਖੱਚਤ ਹੋ ਰਿਹਾ ਹੈ। ਵੈਸੇ ਇਹ ਵੀ ਉਹਦੇ ਕਰਤੇ ਦੇ ਹੁਕਮ ਦੀ ਖੇਡ ਹੈ। ਜਦੋਂ ਸਮਝ ਆਵੇਗੀ ਉਦੋਂ ਮਨੁੱਖ ਨੂੰ ਆਪਣੇ ਆਪ ਉਹ ਚੋਂ ਬਾਹਰ ਆਉਣ ਦੀ ਜਾਚ ਵੀ ਆ ਜਾਵੇਗੀ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੀ ਅੰਤਰ ਜਾਮੀ। ਉਹ ਵਾਹਿਗੁਰੂ ਸਾਰਾ ਕੁਝ ਜਿਹੜਾ ਕਰਨਹਾਰ ਹੈ ਉਹ ਆਪ ਹੈ। ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਸਾਨੂੰ ਜਨਮ ਦੇਣ ਵਾਲਾ, ਹੁਕਮੇ ਜੰਮਣ ਹੁਕਮੇ ਮਰਨਾ, ਸਾਰਾ ਕੁਝ ਉਹਦੇ ਕਰਨ ਵਾਲਾ ਤੇ ਉਹ ਆਪ ਹੈ। ਕਰਤਾ ਪੁਰਖ ਆਪ ਹੈ।
ਤੇ ਜਿਹੜਾ ਕਰਤਾ ਪੁਰਖ ਆਪ ਹੈ ਉਹ ਸਾਡੇ ਅੰਦਰ ਦੀ ਗਾਥਾ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਮਨੁੱਖ ਭੁਲੇਖੇ ਵਿੱਚ ਹੈ ਕਿ ਮੈਂ ਪਰਦਾ ਰੱਖ ਲਿਆ, ਫਲਾਣੇ ਤੋਂ ਰੱਖ ਲਿਆ, ਧੀ ਤੋਂ ਰੱਖ ਲਿਆ, ਪੁੱਤ ਤੋਂ ਰੱਖ ਲਿਆ, ਉਹਦੇ ਤੋਂ ਰੱਖ ਲਿਆ, ਪਰ ਪ੍ਰਮਾਤਮਾ ਤੋਂ ਪਰਦਾ ਕਿਵੇਂ ਪਿਆਰਿਆ ਰੱਖੇਗਾ? ਉਸ ਪ੍ਰਮਾਤਮਾ ਤੋਂ ਪਰਦਾ ਤੂੰ ਕਦੀ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਤੇਰੇ ਅੰਦਰ ਦੀਆਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਰਬ ਸੁਖਾ ਸੁਖ ਸਾਚਾ ਏਹੋ। ਸਾਰੇ ਸੁੱਖਾਂ ਦਾ ਉਹ ਦਾਤਾ ਜਿਹੜਾ ਹੈ, ਨਿਆਮਤਾਂ ਬਖਸ਼ਿਸ਼ ਕਰਨ ਵਾਲਾ, ਉਹ ਅਕਾਲ ਪੁਰਖ ਆਪ ਹੈ। ਗੁਰ ਉਪਦੇਸ਼ ਮਨੈ ਮਹਿ ਲੇਹੋ। ਇਹ ਅਸਲ 'ਚ ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਜਦੋਂ ਤੂੰ ਵਸਾਏਗਾ, ਜਦੋਂ ਗੁਰੂ ਦੀ ਸਿੱਖਿਆ ਨੂੰ ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਤੇ ਗੁਰੂ ਨੂੰ ਮਿਲ ਕੇ ਕਰਨਾ ਕੀ ਹੈ? ਚੱਜ ਆਚਾਰ ਸਿੱਖ, ਜ਼ਿੰਦਗੀ ਨੂੰ ਜਿਉਣ ਦਾ ਆਚਾਰ, ਚੰਗਾ ਜੀਵਨ, ਚੰਗਾ ਵਿਵਹਾਰ ਜਿਹੜਾ ਹੈ ਉਹ ਗੁਰੂ ਕੋਲੋਂ ਸਿੱਖਿਆ ਜਾਣਾ ਹੈ। ਨਹੀਂ ਤੇ ਝੂਠ ਬੋਲਣਾ, ਠੱਗੀ ਮਾਰਨੀ, ਛਲ ਕਪਟ ਕਰਨਾ, ਉਹ ਬਥੇਰੇ ਲੋਕ ਸਿਖਾਉਣ ਵਾਲੇ ਬੈਠੇ ਐ। ਇੱਥੇ ਨਸ਼ੇ ਵੇਚਣੇ ਵੀ ਸਿਖਾਉਣ ਵਾਲੇ ਬੈਠੇ ਵੀ ਇਸ ਤਰੀਕੇ ਨਾਲ ਨਸ਼ੇ ਵੇਚ ਕੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰੋ। ਕਈ ਵਾਰਾਂ ਇਹ ਵੀ ਮੈਂ ਬਹੁਤ ਵਾਰ ਕਿਹਾ ਕਿ ਜੇ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਆਬਾਦ ਕਰਨੀ ਚਾਹੁੰਦੇ ਹੋ, ਦੂਸਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਮਤਾਂ ਸਮਝਿਓ, ਉਹ ਜ਼ਿੰਦਗੀ ਤੁਹਾਡੇ ਬੱਚਿਆਂ ਦੀ ਵੀ ਇੱਕ ਦਿਨ ਬਰਬਾਦ ਹੋ ਜਾਵੇਗੀ। ਇਸ ਭੁਲੇਖੇ ਤੇ ਭਰਮ ਵਿੱਚ ਨਾ ਰਹਿਣਾ, ਕਿਉਂਕਿ ਸੰਸਾਰ ਦੇ ਅੰਦਰ ਅਸਲ ਗੱਲ, ਤੱਤ ਦੀ ਗੱਲ ਕੀ ਹੈ? ਗੁਰੂ ਦਾ ਉਪਦੇਸ਼ ਹਿਰਦੇ ਵਿੱਚ, ਗੁਰੂ ਦੀ ਸਿੱਖਿਆ ਹਿਰਦੇ ਚ ਵਸਾ, ਗੁਰੂ ਕੋਲੋਂ ਜੀਵਨ ਜਿਉਣ ਦੀ ਜਾਚ ਸਿੱਖ, ਤੇ ਫਿਰ ਕੀ ਹੋਵੇਗਾ? ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਾ ਦੁੱਖ, ਤੈਨੂੰ ਕਦੀ ਵੀ ਆਤਮਿਕ ਤੌਰ ਤੇ ਦੁਖੀ ਨਹੀਂ ਕੋਈ ਕਰ ਸਕੇਗਾ। ਬੇਸ਼ੱਕ ਤੈਨੂੰ ਤੇਰੇ ਅੱਗ ਵਿੱਚ ਸਾੜ ਦੇਵੇ, ਬੇਸ਼ੱਕ ਦੇਗ ਵਿੱਚ ਆਲੂ ਵਾਂਗ ਤਾਂ ਉਬਾਲ ਦੇਵੇਗਾ, ਤੇਰੀ ਆਤਮਿਕ ਜਿਹੜਾ ਹੈ ਉਹ ਜਿਉਂ ਦਾ ਤਿਉਂ ਬਰਕਰਾਰ ਰਹੇਗਾ, ਆਤਮਿਕ ਆਨੰਦ ਬਣਿਆ ਰਹੇਗਾ। ਜਾ ਕੋ RAM ਨਾਮ ਲਿਵ ਲਾਗੀ। ਤੇ ਜਿਸ ਮਨੁੱਖ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ ਨਾ ਜੀ, ਜਿਹਦੀ ਆਤਮਾ ਪਰਮਾਤਮਾ ਨਾਲ ਜੁੜ ਜਾਂਦੀ ਹੈ, ਉਹ ਫਿਰ ਆਪਣਾ ਆਪਾ ਵਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਜਿਹਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ, ਕਿਉਂਕਿ ਲੱਗਦੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਮੈਂ ਪਹਿਲੇ ਹੀ ਬੇਨਤੀ ਕੀਤੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜਬ RAM ਨਾਮ ਮਨ ਲਾਗਾ, ਜਦੋਂ ਪ੍ਰਮਾਤਮਾ ਦੇ ਨਾਮ ਨਾਲ ਮਨ ਲੱਗ ਗਿਆ, ਫਿਰ ਕੀ ਹੋਇਆ? ਜਮ ਲੱਜਾਏ ਕਰ ਭਾਗਾ, ਲੱਜਿਆ ਕਿ ਸ਼ਰਮਿੰਦਾ ਹੋ ਕੇ ਉਹਦੇ ਕੋਲ ਤੇ ਜਮ ਵੀ ਦੌੜ ਜਾਂਦਾ, ਉਹਦੇ ਨੇੜੇ ਤੇ ਜਮ ਵੀ ਨਹੀਂ ਆ ਸਕਦੇ। ਪਰ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਜਾਂਦਾ ਹੈ, ਉਹਨੂੰ ਇਹ 84 ਦਾ ਗੇੜ ਫੇਰ ਚੱਲਣਾ ਪੈਂਦਾ ਜੀ। ਕਿਉਂਕਿ ਅਸਲ ਜਿਹੜੀ ਗੱਲ ਹੈ ਨਾ, ਗੁਰੂ ਕੀ ਬਾਣੀ ਨੂੰ ਪੜੋਗੇ ਸਮਝ ਵਿੱਚ ਆ ਜਾਵੇਗਾ ਕਿ ਇਹ ਮਨੁੱਖਾ ਦੇਹੀ ਜਿਹੜੀ ਮਿਲੀ ਹੈ ਬੜੇ ਲੰਬੇ ਸਮੇਂ ਤੋਂ ਬਾਅਦ ਮਿਲੀ ਹੈ, 84 ਲੱਖ ਜੂਨ ਭੋਗ ਕੇ ਮਿਲੀ ਹੈ। ਭਾਈ ਸਾਹਿਬ ਜੀ ਜਦੋਂ ਪੜ੍ਹਦੇ ਹਾਂ, ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ ਜਿਓ, ਤੇ ਕੋਈ ਕਹੇਗਾ ਮੇਰਾ ਘਰ ਤੇ ਗੁਰਦੁਆਰੇ ਦੀ ਕੰਧ ਨਾਲ ਕੰਧ ਹੈ। ਨਹੀਂ ਪਿਆਰਿਆ, ਤੇ ਗੁਰਦੁਆਰੇ ਦੇ ਭਾਈ ਦੇ ਨਿਆਣੇ ਤੇ ਕਹਿਣਗੇ ਅਸੀਂ ਤੇ ਰਹਿੰਦੇ ਹੀ ਗੁਰਦੁਆਰੇ, ਅਸੀਂ ਥੋੜੀ ਦੂਰੋਂ ਚੱਲ ਕੇ ਆਏ। ਦੂਰੋਂ ਕਿੱਥੋਂ ਕੁ ਜੋ ਚੱਲ ਕੇ ਆਏ ਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਇਹ 84 ਲੱਖ ਦੇ ਗੇੜ ਵਿੱਚੋਂ ਲੰਘ ਕੇ ਮਨੁੱਖਾ ਦੇਹੀ ਤੱਕ ਪਹੁੰਚੇ, ਤੇ ਇਸ ਮਨੁੱਖਾ ਦੇਹੀ ਦਾ ਅਸਲ ਮਨੋਰਥ ਕੀ ਹੈ? ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆ ਇਹਦੀ ਵਾਰੀ ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਮਝਾ ਦਿੱਤਾ ਹੈ ਕਿ ਜਿਨ੍ਹਾਂ ਜੀਵਾਂ ਦਾ ਪਰਮਾਤਮਾ ਦੇ ਨਾਮ ਨਾਲ ਇਹ ਆਤਮਾ ਲੱਗ ਜਾਂਦੀ, ਉਹਨਾਂ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ। ਕਹੋ ਨਾਨਕ ਸੋ ਧਨ ਵੱਡ ਭਾਗੀ। ਤੇ ਉਹ ਜਿਹੜੇ ਜੀਵ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੇ, ਉਹ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹਨ। ਸੋ ਮਹਾਨ ਰੂਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਸੇਵਾਦਾਰ ਹੋਣ ਦੇ ਨਾਤੇ ਆਪ ਸਮੂਹ ਸਿੱਖ ਸੰਗਤਾਂ ਦਾ, ਸਿੰਘ ਸਾਹਿਬ ਜੀ ਦਾ, ਸਮੁੱਚੇ ਪ੍ਰਬੰਧਕਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹਾਂ। ਸਤਿਗੁਰੂ ਜੀ ਦੀ ਗੁਰ ਸ਼ਬਦ ਦੀ ਵਿਚਾਰ